ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਕਿਸਬਿਦ ਰੁਲੀ ਪਾਤਸ਼ਾਹੀ ਭਾਗ 12ਵਾਂ ਪੰਨਾ ਨੰਬਰ 199 ਗੁਰ ਅੰਮ੍ਰਿਤਸਰ ਨਵਲਾਇਆ। ਹਿੰਦੂ ਸਮਾਜ ਨਾਲੋਂ ਵੱਖਰੇ ਸਿੱਖ ਸਮਾਜ ਦੀ ਸਿਰਜਣਾ ਕਰਨ ਲਈ ਸਿੱਖਾਂ ਨੂੰ ਹਿੰਦੂ ਤੀਰਥਾਂ ਵੱਲੋਂ ਮੋੜਨਾ ਅਤੇ ਉਹਨਾਂ ਨਾਲੋਂ ਤੋੜਨਾ ਬੇਹੱਦ ਜ਼ਰੂਰੀ ਸੀ। ਅਜਿਹਾ ਕਿਸੇ ਅਲਹਿਦਗੀ ਦੇ ਸ਼ੌਂਕ 'ਚੋਂ ਨਹੀਂ ਸੀ ਕੀਤਾ ਜਾ ਰਿਹਾ। ਗੁਰੂਆਂ ਵੱਲੋਂ ਮਿੱਥੇ ਰੂਹਾਨੀ ਤੇ ਸਮਾਜੀ ਮਿਸ਼ਨ ਦੀ ਪੂਰਤੀ ਲਈ ਅਜਿਹੇ ਕਦਮ ਚੁੱਕਣੇ ਅਤੀ ਜ਼ਰੂਰੀ ਸਨ। ਅਜਿਹੇ ਕੀਤੇ ਬਿਨਾਂ ਸਿੱਖਾਂ ਨੂੰ ਵਿਚਾਰਧਾਰਾ ਅਤੇ ਅਮਲ ਦੇ ਪੱਧਰ ਤੇ ਬ੍ਰਾਹਮਣਵਾਦ ਦੇ ਦੁਸ਼ਪ੍ਰਭਾਵਾਂ ਤੋਂ ਸੁਰਖਰੂ ਨਹੀਂ ਸੀ ਕੀਤਾ ਜਾ ਸਕਦਾ। ਇਸ ਦੀਆਂ ਸਿਧਾਂਤਕ ਬੁਨਿਆਦਾਂ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀਆਂ ਸਨ। ਗੁਰੂ ਅਮਰਦਾਸ ਜੀ ਨੇ ਇਸ ਦਿਸ਼ਾ ਵਿੱਚ ਠੋਸ ਅਤੇ ਅਮਲੀ ਕਦਮ ਪੁੱਟਦੇ ਹੋਏ ਗੋਇੰਦਵਾਲ ਨੂੰ ਸਿੱਖਾਂ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਕੀਤਾ। ਗੁਰੂ ਰਾਮਦਾਸ ਜੀ ਨੇ ਇਸ ਦਿਸ਼ਾ ਵਿੱਚ ਹੋਰ ਅਗਲੇਰੇ ਕਦਮ ਪੁੱਟੇ। ਉਹਨਾਂ ਨੇ ਇੱਕ ਨਵਾਂ ਸ਼ਹਿਰ ਵਸਾਇਆ ਜਿਸ ਨੂੰ ਪਹਿਲਾਂ ਪਹਿਲ ਚੱਕ ਗੁਰੂ ਕਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਹੀ ਚੱਕ ਗੁਰੂ ਕਾ ਬਾਅਦ ਵਿੱਚ ਜਾ ਕੇ ਅੰਮ੍ਰਿਤਸਰ ਦੇ ਨਾਂ ਨਾਲ ਮਸ਼ਹੂਰ ਹੋਇਆ। ਇਸ ਦੇ ਕੇਂਦਰ ਵਿੱਚ ਗੁਰੂ ਸਾਹਿਬ ਨੇ ਇੱਕ ਸਰੋਵਰ ਦੀ ਉਸਾਰੀ ਕੀਤੀ ਜੋ ਹੌਲੀ ਹੌਲੀ ਸਿੱਖਾਂ ਲਈ ਤੀਰਥ ਇਸ਼ਨਾਨ ਦਾ ਪ੍ਰਮੁੱਖ ਕੇਂਦਰ ਬਣ ਗਿਆ। ਇਸ ਤਰ੍ਹਾਂ ਸਿੱਖਾਂ ਦੀ ਸੁਰਤ ਹਰਿਦੁਆਰ ਵੱਲੋਂ ਪੂਰੀ ਤਰ੍ਹਾਂ ਮੁੜ ਗਈ। ਲਤੀਫ ਨੇ ਗੁਰੂ ਰਾਮਦਾਸ ਦੁਆਰਾ ਚੁੱਕੇ ਇਸ ਕਦਮ ਦੀ ਇਤਿਹਾਸਕ ਅਹਿਮੀਅਤ ਨੂੰ ਇਸ ਤਰ੍ਹਾਂ ਦਰਸਾਇਆ ਹੈ। ਇੱਕ ਕੇਂਦਰੀ ਟਿਕਾਣੇ ਤੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਰਕੇ ਗੁਰੂ ਰਾਮਦਾਸ ਨੇ ਭਵਿੱਖ ਵਿੱਚ ਇੱਕ ਕੌਮ ਦੇ ਤੌਰ ਤੇ ਸਿੱਖਾਂ ਦੀ ਗੌਰਵਤਾ ਦੀ ਨੀਂਹ ਰੱਖ ਦਿੱਤੀ। ਉਹਨਾਂ ਨੂੰ ਇਕੱਤਰ ਹੋਣ ਲਈ ਹੁਣ ਸ਼ਰਧਾ ਦਾ ਇੱਕ ਸਾਂਝਾ ਕੇਂਦਰ ਮਿਲ ਗਿਆ। ਇਸ ਅੰਮ੍ਰਿਤ ਸਰੋਵਰ ਨੇ ਬਾਅਦ ਵਿੱਚ ਜਾ ਕੇ ਸਿੱਖਾਂ ਦੇ ਇੱਕ ਕੌਮੀ ਭਾਈਚਾਰੇ ਵਜੋਂ ਵਿਕਸਿਤ ਹੋਣ ਦੇ ਇਤਿਹਾਸਕ ਅਮਲ ਵਿੱਚ ਬਹੁਤ ਹੀ ਅਹਿਮ ਤੇ ਨਿਰਣਾਕਾਰੀ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਤੀਜੇ ਗੁਰੂ ਨੇ ਸਿੱਖ ਸਮਾਜ ਨੂੰ ਹਿੰਦੂ ਸਮਾਜ ਨਾਲੋਂ ਵੱਖ ਕਰਨ ਲਈ ਹਿੰਦੂ ਰਹੁ ਰੀਤਾਂ ਦਾ ਤਿਆਗ ਕਰਕੇ ਸਿੱਖਾਂ ਲਈ ਨਵੀਆਂ ਤੇ ਨਿਵੇਕਲੀਆਂ ਰਹੁ ਰੀਤਾਂ ਪ੍ਰਚਲਿਤ ਕਰਨ ਦਾ ਜੋ ਅਮਲ ਸ਼ੁਰੂ ਕੀਤਾ ਸੀ, ਗੁਰੂ ਰਾਮਦਾਸ ਜੀ ਨੇ ਉਸ ਅਮਲ ਨੂੰ ਜਾਰੀ ਰੱਖਦੇ ਹੋਏ ਹੋਰ ਅੱਗੇ ਤੋਰਿਆ। ਉਹਨਾਂ ਦੁਆਰਾ ਕੀਤੀ ਗਈ ਲਾਵਾਂ ਦੀ ਰਚਨਾ ਰਾਗ ਸੂਹੀ ਮਹੱਲਾ ਚੌਥਾ ਪੰਨਾ 773-74 ਇਸ ਲੜੀ ਵਿੱਚ ਚੁੱਕਿਆ ਗਿਆ ਬੇਹੱਦ ਅਹਿਮ ਕਦਮ ਸੀ। ਸਿੱਖਾਂ ਵੱਲੋਂ ਵੇਦੀ ਦੁਆਲੇ ਫੇਰਿਆਂ ਦੀ ਰਸਮ ਨੂੰ ਛੱਡ ਕੇ ਆਨੰਦ ਕਾਰਜ ਦੀ ਰਸਮ ਅਪਣਾ ਲੈਣ ਨਾਲ ਉਹਨਾਂ ਦਾ ਹਿੰਦੂ ਸਮਾਜ ਨਾਲੋਂ ਇੱਕ ਅਹਿਮ ਨਾਤਾ ਕੱਟਿਆ ਗਿਆ। ਇਸ ਨਾਲ ਹਿੰਦੂ ਸਮਾਜ ਦੇ ਮੁਹਰੈਲ ਵਰਗਾਂ ਦਾ ਗੁਰੂ ਸਾਹਿਬ ਉੱਤੇ ਖਫਾ ਹੋਣਾ ਸੁਭਾਵਿਕ ਸੀ। ਗੁਰੂ ਰਾਮਦਾਸ ਜੀ ਹਿੰਦੂ ਵਰਗਾਂ ਦੇ ਇਸ ਪ੍ਰਤੀਕਰਮ ਤੋਂ ਗੈਰ ਵਾਕਿਫ ਨਹੀਂ ਸਨ। ਜਦ ਉਹ ਹਿੰਦੂ ਵਰਗਾਂ ਵੱਲੋਂ ਗੁਰੂ ਅਮਰਦਾਸ ਜੀ ਦੇ ਖਿਲਾਫ ਕੀਤੀ ਗਈ ਸ਼ਿਕਾਇਤ ਬਾਰੇ ਸਪਸ਼ਟੀਕਰਨ ਦੇਣ ਲਈ ਭਾਈ ਜੇਠਾ ਵਜੋਂ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਨ ਤਾਂ ਉਹਨਾਂ ਨੂੰ ਵਰਨ ਆਸ਼ਰਮ ਧਰਮ ਦੇ ਰੱਖਿਅਕਾਂ ਦੇ ਖੁਣਸੀ ਚਰਿੱਤਰ ਅਤੇ ਵਤੀਰੇ ਬਾਰੇ ਚੋਖਾ ਅਨੁਭਵ ਹੋ ਗਿਆ ਸੀ। ਜਾਤ ਅਭਿਮਾਨੀਆਂ ਅਤੇ ਸ਼ਰੀਅਤ ਦੇ ਕੱਟੜ ਪੈਰੋਕਾਰਾਂ ਨੇ ਰਲ ਕੇ ਗੁਰੂ ਸਾਹਿਬ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਨ ਦੇ ਅਨੇਕਾਂ ਯਤਨ ਕੀਤੇ। ਉਹਨਾਂ ਨੇ ਪਿੰਡਾਂ ਦੇ ਚੌਧਰੀਆਂ ਤੇ ਮੁਗਲ ਹਕੂਮਤ ਦੇ ਸਥਾਨਕ ਅਹਿਲਕਾਰਾਂ, ਦੀਵਾਨਾਂ, ਤਾਲੁਕਦਾਰਾਂ, ਸਿੱਖਦਾਰਾਂ, ਖਾਨਾਂ ਵਗੈਰਾ ਵਗੈਰਾ ਨੂੰ ਚੁਗਲੀਆਂ ਤੇ ਸ਼ਿਕਾਇਤਾਂ ਦੇ ਜ਼ਰੀਏ ਗੁਰੂ ਸਾਹਿਬ ਦੇ ਖਿਲਾਫ ਭੜਕਾਉਣ ਦੀਆਂ ਬਦਹਵਾਸ ਕੋਸ਼ਿਸ਼ਾਂ ਨਿਰੰਤਰ ਜਾਰੀ ਰੱਖੀਆਂ। ਪਰੰਤੂ ਗੁਰੂ ਘਰ ਪ੍ਰਤੀ ਅਕਬਰ ਦੇ ਆਦਰ ਭਾਵੀ ਵਤੀਰੇ ਸਦਕਾ ਇਹਨਾਂ ਗੁਰੂ ਦੋਖੀ ਕੋਸ਼ਿਸ਼ਾਂ ਨੂੰ ਕੋਈ ਫਲ ਨਾ ਲੱਗ ਸਕਿਆ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਇਹਨਾਂ ਗੁਰੂ ਦੋਖੀ ਕਾਰਵਾਈਆਂ ਬਾਰੇ ਚੌਖੇ ਸੰਕੇਤ ਮਿਲਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 99 302 ਤੋਂ 3 308 ਤੇ 9 451 1135 1191 1317 ਤੇ 18। ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੀ ਨਿਵੇਕਲੀ ਹਸਤੀ ਸਥਾਪਿਤ ਕਰਨ ਦੀ ਦਿਸ਼ਾ ਵੱਲ ਦੋ ਬਹੁਤ ਹੀ ਅਹਿਮ ਤੇ ਨਿਰਣਾਇਕ ਕਦਮ ਚੁੱਕੇ। ਉਹਨਾਂ ਨੇ ਅੰਮ੍ਰਿਤ ਸਰੋਵਰ ਦੇ ਕੇਂਦਰ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ, ਜਿਹੜਾ ਕਿ ਛੇਤੀ ਹੀ ਸਿੱਖਾਂ ਦੀ ਸ਼ਰਧਾ ਦਾ ਕੇਂਦਰੀ ਸਥਾਨ ਬਣ ਗਿਆ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦਾ ਢਾਂਚਾ ਤੇ ਨਕਸ਼ਾ ਇਸ ਹਿਸਾਬ ਨਾਲ ਉਲੀਕਿਆ ਕਿ ਇਹ ਸਿੱਖੀ ਦੇ ਫਲਸਫੇ ਤੇ ਇਸ ਦੇ ਬੁਨਿਆਦੀ ਸਿਧਾਂਤਾਂ ਦਾ ਚਿੰਨ੍ਹ ਹੋ ਗੁਜ਼ਰਿਆ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕਰਨ ਵੇਲੇ ਧਰਮ ਅਤੇ ਰੂਹਾਨੀਅਤ ਬਾਰੇ ਰਵਾਇਤੀ ਭਾਰਤੀ ਪਰੰਪਰਾ ਨਾਲੋਂ ਇੱਕ ਵੱਖਰੀ ਤੇ ਨਿਵੇਕਲੀ ਲੀਹ ਤੋਰੀ ਸੀ, ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਵੇਲੇ ਮੰਦਰ ਭਵਨ ਕਲਾ ਬਾਰੇ ਰਵਾਇਤੀ ਭਾਰਤੀ ਸੰਕਲਪ ਤੇ ਪਰੰਪਰਾ ਨਾਲੋਂ ਤਿੱਖਾ ਨਿਖੇੜਾ ਕਰਦੇ ਹੋਏ ਇਮਾਰਤ ਕਲਾ ਦਾ ਇੱਕ ਮੂਲੋਂ ਹੀ ਨਿਵੇਕਲਾ ਨਮੂਨਾ ਪੇਸ਼ ਕੀਤਾ। ਪ੍ਰਚਲਿਤ ਹਿੰਦੂ ਰਵਾਇਤ ਅਨੁਸਾਰ ਹਰ ਮੰਦਰ ਅੰਦਰ ਕਿਸੇ ਦੇਵੀ ਜਾਂ ਦੇਵਤੇ ਦੀ ਉਪਾਸਨਾ ਕੀਤੀ ਜਾਂਦੀ ਹੈ।
ਹਿੰਦੂ ਪਰੰਪਰਾ ਅੰਦਰ ਦੇਵੀ ਦੇਵਤਿਆਂ ਦੇ ਬੁੱਤਾਂ ਅਤੇ ਮੂਰਤੀਆਂ ਤੋਂ ਸੱਖਣੇ ਕਿਸੇ ਮੰਦਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਦੀ ਤੁਲਨਾ ਵਿੱਚ ਹਰਿਮੰਦਰ ਸਾਹਿਬ ਵਿੱਚ ਕਿਸੇ ਦੇਵੀ ਦੇਵਤੇ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ। ਇਹ ਹਿੰਦੂ ਧਾਰਮਿਕ ਰੀਤ ਦਾ ਐਲਾਨੀਆ ਨਿਖੇਧ ਸੀ। ਭਾਰਤ ਅੰਦਰ ਧਾਰਮਿਕ ਪੂਜਾ ਸਥਾਨਾਂ ਦਾ ਨਿਰਮਾਣ ਕਰਨ ਵੇਲੇ ਇੱਕ ਹੋਰ ਜੋ ਰੀਤ ਅਪਣਾਈ ਜਾਂਦੀ ਸੀ ਉਹ ਇਹ ਸੀ ਕਿ ਪੂਜਾ ਸਥਾਨ ਦਾ ਦਰਵਾਜ਼ਾ ਉਸ ਧਰਮ ਦੇ ਪ੍ਰਚਲਿਤ ਵਿਸ਼ਵਾਸ ਅਨੁਸਾਰ ਪਵਿੱਤਰ ਸਮਝੀ ਜਾਂਦੀ ਖਾਸ ਦਿਸ਼ਾ ਵੱਲ ਰੱਖਿਆ ਜਾਂਦਾ ਸੀ। ਪਰ ਇਸ ਰੀਤ ਦੇ ਉਲਟ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਾਰੀਆਂ ਦਿਸ਼ਾਵਾਂ ਵੱਲ ਖੁੱਲ੍ਹੇ ਰੱਖੇ ਗਏ। ਇਹ ਗੱਲ ਦਰਸਾਉਣ ਲਈ ਕਿ ਰੱਬ ਕਿਸੇ ਖਾਸ ਦਿਸ਼ਾ ਵਿੱਚ ਨਹੀਂ, ਹਰ ਦਿਸ਼ਾ ਵਿੱਚ ਅਤੇ ਹਰ ਜਗ੍ਹਾ ਉੱਤੇ ਵਸਦਾ ਹੈ। ਜਿੱਥੇ ਹਿੰਦੂ ਮੰਦਰਾਂ ਅੰਦਰ ਸਿਰਫ ਖਾਸ ਜਾਤਾਂ ਦੇ ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਸੀ, ਉੱਥੇ ਹਰਿਮੰਦਰ ਸਾਹਿਬ ਦੇ ਬੂਹੇ ਸਭਨਾਂ ਜਾਤਾਂ ਦੇ ਲੋਕਾਂ ਲਈ ਖੁੱਲ੍ਹੇ ਰੱਖੇ ਗਏ। ਜਿੱਥੇ ਮੁਸਲਮਾਨਾਂ ਦੀਆਂ ਮਸੀਤਾਂ ਅੰਦਰ ਸਿਰਫ ਮਰਦਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਸੀ, ਉੱਥੇ ਹਰਿਮੰਦਰ ਸਾਹਿਬ ਅੰਦਰ ਔਰਤਾਂ ਦੇ ਦਾਖਲੇ ਉੱਤੇ ਕੋਈ ਰੋਕ ਨਹੀਂ। ਇਸ ਤਰ੍ਹਾਂ ਹਰਿਮੰਦਰ ਸਾਹਿਬ ਗੁਰੂ ਸਾਹਿਬਾਨ ਦੀਆਂ ਇਹਨਾਂ ਸਿੱਖਿਆਵਾਂ ਦਾ ਮੁਜੱਸਮਾ ਹੈ ਕਿ ਹਰ ਜਾਤ ਅਤੇ ਧਰਮ ਦੇ ਮਰਦ ਤੇ ਔਰਤ ਇੱਕ ਬਰਾਬਰ ਹਨ ਅਤੇ ਰੱਬ ਦੀਆਂ ਨਜ਼ਰਾਂ ਵਿੱਚ ਸਭ ਨੂੰ ਇੱਕੋ ਜਿਹਾ ਮਾਣ ਸਤਿਕਾਰ ਹਾਸਲ ਹੈ। ਹਿੰਦੂ ਮੰਦਰ ਆਮ ਕਰਕੇ ਜ਼ਮੀਨੀ ਪੱਧਰ ਨਾਲੋਂ ਉੱਚੀ ਜਗ੍ਹਾ 'ਤੇ ਉਸਾਰੇ ਜਾਂਦੇ ਹਨ। ਇਸ ਦੀ ਤੁਲਨਾ ਵਿੱਚ ਹਰਿਮੰਦਰ ਸਾਹਿਬ ਆਲੇ ਦੁਆਲੇ ਨਾਲੋਂ ਨੀਵੇਂ ਧਰਾਤਲ ਉੱਤੇ ਉਸਾਰਿਆ ਗਿਆ। ਸ਼ਰਧਾਲੂਆਂ ਨੂੰ ਹਰਿਮੰਦਰ ਸਾਹਿਬ ਤੱਕ ਜਾਣ ਲਈ ਪੌੜੀਆਂ ਰਾਹੀਂ ਨੀਵਾਂ ਉਤਰਨਾ ਪੈਂਦਾ ਹੈ। ਇਹ ਨਿਆਰਾ ਤੱਥ ਸਿੱਖ ਧਰਮ ਦੇ ਉਸ ਮੂਲ ਅਕੀਦੇ ਦਾ ਢੁਕਵਾਂ ਪ੍ਰਗਟਾਵਾ ਕਰਦਾ ਹੈ ਕਿ ਕੋਈ ਉੱਚਾ ਹੋਵੇ ਜਾਂ ਨੀਵਾਂ, ਅਮੀਰ ਹੋਵੇ ਜਾਂ ਗਰੀਬ, ਰੱਬ ਦੇ ਦਰ 'ਤੇ ਆਉਣ ਲਈ ਉਸਨੂੰ ਨੀਵਾਂ ਉਤਰਨਾ ਪੈਣਾ ਹੈ। ਨੀਵੇਂ ਸੋ ਗੌਰਾ ਹੋਏ। ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਸਾਹਿਬ ਨੇ ਉਸ ਵੇਲੇ ਦੇ ਮਸ਼ਹੂਰ ਸੂਫੀ ਸੰਤ ਮੀਆਂ ਮੀਰ ਕੋਲੋਂ ਰਖਵਾਈ। ਇਹ ਤੱਥ ਬੇਹੱਦ ਨਿਰਾਲਾ ਅਤੇ ਅਨੋਖਾ ਹੈ। ਦੁਨੀਆ ਦੇ ਧਰਮਾਂ ਦੇ ਇਤਿਹਾਸ ਅੰਦਰ ਇਸ ਨਾਲ ਮਿਲਦੀ ਹੋਰ ਕੋਈ ਉਦਾਹਰਣ ਮੌਜੂਦ ਨਹੀਂ ਹੈ। ਗੁਰੂ ਸਾਹਿਬ ਦਾ ਇਹ ਕਦਮ ਸੰਯੋਗੀ ਨਹੀਂ ਸੀ। ਇਹ ਸਿੱਖ ਧਰਮ ਦੇ ਇਸ ਮੂਲ ਵਿਸ਼ਵਾਸ ਦਾ ਅਮਲੀ ਰੂਪ ਪ੍ਰਗਟਾਵਾ ਸੀ ਕਿ ਸਾਰੀ ਮਨੁੱਖਤਾ ਇੱਕ ਬਰਾਬਰ ਹੈ ਅਤੇ ਧਰਮ, ਜਾਤ, ਨਸਲ ਜਾਂ ਰੰਗ ਦੇ ਆਧਾਰ 'ਤੇ ਮਨੁੱਖ ਜਾਤੀ ਵਿਚਕਾਰ ਭੇਦਭਾਵ ਦਾ ਵਰਤਾਰਾ ਦੈਵੀ ਨਿਯਮ ਦਾ ਉਲੰਘਣ ਹੈ। ਸਰਬ ਸਾਂਝੀਵਾਲਤਾ ਦੀ ਇਹ ਸਪਿਰਿਟ ਸਿੱਖ ਧਰਮ ਦਾ ਨਿਆਰਾ ਲੱਛਣ ਹੈ ਜੋ ਇਸ ਨੂੰ ਬਾਕੀ ਸਾਰੇ ਧਰਮਾਂ ਨਾਲੋਂ ਵੱਖਰੇ ਆਉਂਦਾ ਹੈ। ਸ਼੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦੇ ਇਸ ਅਨੂਠੇਪਣ ਦਾ ਲਿਸ਼ਕਦਾ ਨਿਸ਼ਾਨ ਚਿੰਨ੍ਹ ਹੈ। ਦੂਸਰਾ, ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਆਪਣੇ ਪਾਵਨ ਗ੍ਰੰਥ ਦੀ ਰਚਨਾ ਦਾ ਕਾਰਜ ਸੰਪੂਰਨ ਕੀਤਾ। ਉਹਨਾਂ ਨੇ ਪਹਿਲੇ 4 ਗੁਰੂਆਂ ਦੀ ਬਾਣੀ ਇਕੱਤਰ ਕੀਤੀ ਅਤੇ ਉਸ ਵਿੱਚ ਆਪਣੇ ਵੱਲੋਂ ਰਚੀ ਬਾਣੀ ਅਤੇ ਨਾਲ ਹੀ ਕੁਝ ਹਿੰਦੂ ਭਗਤਾਂ ਅਤੇ ਮੁਸਲਿਮ ਦਰਵੇਸ਼ਾਂ ਦੀਆਂ ਰਚਨਾਵਾਂ ਸ਼ਾਮਲ ਕਰਕੇ ਆਦਿ ਗ੍ਰੰਥ ਦਾ ਸਰੂਪ ਮੁਕੰਮਲ ਕੀਤਾ। ਪਾਵਨ ਗ੍ਰੰਥਾਂ ਦੀ ਰਚਨਾ ਦਾ ਇਹ ਕਰਮ ਕਈ ਪੱਖਾਂ ਤੋਂ ਅਨੁਪਮ ਸੀ। ਪਹਿਲੀ ਗੱਲ ਇਹ ਕਿ ਦੁਨੀਆ ਦੇ ਹੋਰ ਕਿਸੇ ਵੀ ਧਰਮ ਗ੍ਰੰਥ ਦੀ ਰਚਨਾ ਉਸ ਧਰਮ ਦੇ ਪੈਗੰਬਰ ਨੇ ਆਪਣੇ ਹੱਥੀਂ ਨਹੀਂ ਕੀਤੀ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕਾਰਜ ਪੈਗੰਬਰ ਦੇ ਸੰਸਾਰ ਤੋਂ ਰੁਖਸਤ ਹੋ ਜਾਣ ਤੋਂ ਬਾਅਦ ਵਿੱਚ ਉਸ ਦੇ ਪੈਰੋਕਾਰਾਂ ਦੁਆਰਾ ਕੀਤਾ ਜਾਂਦਾ ਰਿਹਾ ਹੈ। ਦੂਜੀ ਗੱਲ, ਦੁਨੀਆ ਦੇ ਹੋਰ ਕਿਸੇ ਵੀ ਧਰਮ ਦੇ ਗ੍ਰੰਥ ਅੰਦਰ ਉਸ ਧਰਮ ਤੋਂ ਬਾਹਰਲੇ ਕਿਸੇ ਹੋਰ ਸੰਤ ਮਹਾਤਮਾ ਦੀ ਰਚਨਾ ਸ਼ਾਮਲ ਨਹੀਂ ਹੈ। ਇਹ ਵਿਸ਼ੇਸ਼ ਮਾਣ ਸਿਰਫ ਸਿੱਖਾਂ ਦੇ ਪਾਵਨ ਗ੍ਰੰਥ ਦੇ ਹੀ ਹਿੱਸੇ ਆਇਆ ਕਿ ਇਸ ਵਿੱਚ ਸਿੱਖ ਗੁਰੂਆਂ ਦੇ ਇਲਾਵਾ 2 ਦਰਜਨ ਦੇ ਕਰੀਬ ਹੋਰਨਾਂ ਹਿੰਦੂ ਭਗਤਾਂ ਤੇ ਮੁਸਲਿਮ ਸੂਫੀ ਦਰਵੇਸ਼ਾਂ ਦੀਆਂ ਰਚਨਾਵਾਂ ਸ਼ਾਮਲ ਹਨ। ਇਸ ਵਿੱਚੋਂ 2 ਗੱਲਾਂ ਸਹੀ ਹੁੰਦੀਆਂ ਹਨ। ਇੱਕ ਇਹ ਕਿ ਗੁਰੂ ਸਾਹਿਬ ਨੇ ਬਾਣੀ ਦੀ ਚੋਣ ਕਰਨ ਵੇਲੇ ਕਰਤਾ ਦੇ ਧਰਮ ਜਾਂ ਜਾਤ ਦਾ ਕੋਈ ਵਿਚਾਰ ਨਹੀਂ ਕੀਤਾ। ਇਹ ਤੱਥ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤ ਦੀ ਪੁਸ਼ਟੀ ਕਰਦਾ ਹੈ। ਪਰ ਇਸ ਦੇ ਨਾਲ ਹੀ ਦੂਜਾ ਬਰਾਬਰ ਦਾ ਅਹਿਮ ਤੱਥ ਇਹ ਹੈ ਕਿ ਗੁਰੂ ਸਾਹਿਬ ਨੇ ਇਹ ਚੋਣ ਕੋਈ ਅਸੂਲੀ ਆਧਾਰ ਮਿੱਥੇ ਬਗੈਰ ਐਵੇਂ ਕਿਵੇਂ ਹੀ ਨਹੀਂ ਸੀ ਕਰ ਲਈ। ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਨਿਯਮ ਦੀ ਪਕਿਆਈ ਨਾਲ ਪਾਲਣਾ ਕੀਤੀ ਗਈ ਸੀ। ਪਵਿੱਤਰ ਬਾਣੀ ਦੀ ਚੋਣ ਕਰਨ ਵੇਲੇ ਇੱਕੋ ਸਾਂਝੇ ਰੱਬ ਦੇ ਸਿਧਾਂਤ ਅਤੇ ਮਨੁੱਖੀ ਭਾਈਚਾਰੇ ਵਿੱਚ ਵਿਸ਼ਵਾਸ ਨੂੰ ਪ੍ਰਮੁੱਖ ਰੱਖਿਆ ਗਿਆ ਸੀ। ਵਰਨ ਅਤੇ ਧਰਮ ਦੇ ਆਧਾਰ 'ਤੇ ਮਨੁੱਖਤਾ ਵਿਚਕਾਰ ਵਿਤਕਰੇ ਦੀਆਂ ਭੇਦ ਰੇਖਾਵਾਂ ਖਿੱਚਣ ਵਾਲੀ ਸੋਚ ਨੂੰ ਪੂਰੀ ਸਖਤਾਈ ਨਾਲ ਰੱਦ ਕੀਤਾ ਗਿਆ। ਇਹ ਇੱਕ ਅਜਿਹਾ ਅਸੂਲ ਦਾ ਮਾਮਲਾ ਸੀ ਜਿਸ ਬਾਰੇ ਗੁਰੂਆਂ ਨੇ ਜਰਾ ਜਿੰਨੀ ਵੀ ਛੋਟ ਨਹੀਂ ਦਿੱਤੀ। ਇਸ ਵਜ੍ਹਾ ਕਰਕੇ ਇੱਕ ਤਾਂ ਆਦਿ ਗ੍ਰੰਥ ਵਿੱਚ ਸਿਰਫ ਚੋਣਵੇਂ ਭਗਤਾਂ ਤੇ ਸੰਤਾਂ ਦੀ ਹੀ ਬਾਣੀ ਸ਼ਾਮਲ ਕੀਤੀ ਗਈ। ਦੂਜਾ, ਇਹਨਾਂ ਭਗਤਾਂ ਤੇ ਸੰਤਾਂ ਦੀ ਬਾਣੀ ਵੀ ਸਮੁੱਚੇ ਰੂਪ ਵਿੱਚ ਨਹੀਂ ਲਈ ਗਈ। ਉਹਨਾਂ ਦੀ ਬਾਣੀ ਦੇ ਕੁਝ ਚੋਣਵੇਂ ਭਾਗ ਹੀ ਸੰਮਿਲਿਤ ਕੀਤੇ ਗਏ ਹਨ, ਜਦੋਂ ਕਿ ਗੁਰੂਆਂ ਦੀ ਬਾਣੀ ਸਮੁੱਚੇ ਰੂਪ ਵਿੱਚ ਸ਼ਾਮਲ ਕੀਤੀ ਗਈ ਹੈ। ਇਸ ਕਰਕੇ ਆਦਿ ਗ੍ਰੰਥ ਵਿੱਚ ਦਰਜ ਬਾਣੀ ਦੇ ਕਰਤਾ ਕਈ ਸਾਰੇ ਹੋਣ ਦੇ ਬਾਵਜੂਦ ਇਹ ਗ੍ਰੰਥ ਅਧਿਕਾਰਕ ਹੈ, ਕਿਉਂਕਿ ਇਸ ਉੱਤੇ ਗੁਰੂ ਦੀ ਪ੍ਰਵਾਨਗੀ ਦੀ ਮੋਹਰ ਲੱਗੀ ਹੋਈ ਹੈ।
ਹਰਿੰਦਰ ਸਿੰਘ ਮਹਿਬੂਬ ਨੇ ਭਗਤ ਬਾਣੀ ਨੂੰ ਪਾਵਨ ਬੀੜ ਵਿੱਚ ਸੰਮਿਲਿਤ ਕੀਤੇ ਜਾਣ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ। ਦੈਵੀ ਲਿਵ ਵਿੱਚ ਕਿਸੇ ਖਾਸ ਇਨਸਾਨ ਦੇ ਕੁਝ ਖਾਲਸ ਅਮਲ ਗੁਰੂ ਨਾਨਕ ਅਮਲ ਦੀ ਸੰਪੂਰਨਤਾ ਦਾ ਅੰਗ ਹਨ। ਜ਼ਰੂਰੀ ਨਹੀਂ ਭਗਤ ਦਾ ਸਮੁੱਚਾ ਜੀਵਨ ਹੀ ਗੁਰੂ ਲਿਵ ਦੀ ਨਿਰੰਤਰਤਾ ਵਿੱਚ ਹੋਵੇ, ਉਸ ਦੀ ਇੱਕ ਖਾਸ ਦੈਵੀ ਰਮਜ਼ ਵੀ ਗੁਰੂ ਲਿਵ ਨੂੰ ਮਨਜ਼ੂਰ ਹੈ। ਜੋ ਸ਼ਬਦ ਭਗਤ ਦੀ ਦੈਵੀ ਲਿਵ ਤੋਂ ਬਾਹਰ ਹੈ, ਭਾਵੇਂ ਕਿ ਉਸ ਦਾ ਹੀ ਉਚਾਰਿਆ ਹੋਵੇ, ਉਹ ਗੁਰੂ ਨਾਨਕ ਸੱਚ ਦਾ ਹਿੱਸਾ ਨਹੀਂ। ਇਸ ਲਈ ਗੁਰੂ ਨਾਨਕ ਅਮਲ ਵਿੱਚ ਉਸ ਸ਼ਬਦ ਦਾ ਕੋਈ ਸਥਾਨ ਨਹੀਂ। ਸੋ ਜਦ ਸਿੱਖ ਪਾਵਨ ਬੀੜ ਅੱਗੇ ਸਿਰ ਝੁਕਾਉਂਦਾ ਹੈ ਤਾਂ ਭਗਤ ਦੀ ਸਮੁੱਚੀ ਲਿਵ ਅੱਗੇ ਸਿਰ ਨਹੀਂ ਝੁਕਾ ਰਿਹਾ ਹੁੰਦਾ, ਉਹ ਤਾਂ ਗੁਰੂ ਲਿਵ ਅੱਗੇ ਸਿਰ ਝੁਕਾ ਰਿਹਾ ਹੁੰਦਾ ਹੈ, ਜਿਸ ਵਿੱਚ ਹੋਰਨਾਂ ਭਗਤਾਂ ਦੀ ਦੈਵੀ ਲਿਵ ਦੀਆਂ ਖਾਸ ਛੋਹਾਂ ਵੀ ਸੰਮਿਲਿਤ ਹਨ। ਸਿੱਖ ਪਾਵਨ ਬੀੜ ਅੱਗੇ ਸਿਰ ਝੁਕਾਉਂਦਿਆਂ ਭਗਤ ਦੇ ਉਸ ਸਮੁੱਚੇ ਅਮਲ ਨੂੰ ਪ੍ਰਣਾਮ ਕਰਦਾ ਹੈ ਜਿਹੜਾ ਗੁਰੂ ਲਿਵ ਨੂੰ ਮਨਜ਼ੂਰ ਹੈ। ਇਸ ਤਰ੍ਹਾਂ ਆਦਿ ਗ੍ਰੰਥ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਸਾਂਝ ਭਾਵੀ ਹੈ। ਭਾਵ ਇਹ ਕਿ ਇਹ ਮਨੁੱਖਤਾ ਨੂੰ ਵਰਣ, ਧਰਮ, ਨਸਲ ਜਾਂ ਕੌਮ ਆਦਿ ਦੇ ਸੰਕੀਰਣ ਦਾਇਰਿਆਂ ਵਿੱਚ ਵੰਡਣ ਵਾਲੀ ਦ੍ਰਿਸ਼ਟੀ ਨੂੰ ਪੂਰੀ ਸਖਤਾਈ ਨਾਲ ਰੱਦ ਕਰਦਾ ਹੈ। ਪਰ ਵਿਚਾਰਧਾਰਾ ਦੇ ਮਾਮਲੇ ਵਿੱਚ ਇਹ ਬੇਲਿਹਾਜ਼ ਅਥਵਾ ਵਿਸ਼ੇਸ਼ ਭਾਵੀ ਹੈ। ਇੱਕੋ ਸਾਂਝੇ ਰੱਬ ਵਿੱਚ ਵਿਸ਼ਵਾਸ ਇੰਨਾ ਪੱਕਾ ਹੈ ਅਤੇ ਇਸ ਵਿਸ਼ਵਾਸ ਨੂੰ ਇਸ ਕਦਰ ਦ੍ਰਿੜਾਇਆ ਗਿਆ ਹੈ ਕਿ ਬਹੁ ਈਸ਼ਵਰਵਾਦ, ਅਵਤਾਰਵਾਦ ਅਤੇ ਬੁੱਤ ਪੂਜਾ ਨਾਲ ਸਮਝੌਤੇ ਦੀ ਕੋਈ ਵੀ ਗੁੰਜਾਇਸ਼ ਨਹੀਂ ਛੱਡੀ ਗਈ। ਇਸ ਵਿਸ਼ੇਸ਼ਤਾਈ ਸਦਕਾ ਇਹ ਇੱਕ ਵੱਖਰੇ ਰਾਹ ਦੀ ਨਿਸ਼ਾਨਦੇਹੀ ਕਰਦਾ ਹੈ। ਭਾਵੇਂ ਗੁਰੂਆਂ ਨੇ ਦੂਸਰੇ ਧਰਮਾਂ ਦੇ ਗ੍ਰੰਥਾਂ ਨੂੰ ਸਿੱਧੇ ਰੂਪ ਵਿੱਚ ਨਿੰਦਣ ਜਾਂ ਰੱਦਣ ਤੋਂ ਸੰਕੋਚ ਵਰਤਿਆ ਹੈ, ਪਰ ਉਹਨਾਂ ਨੇ ਇਹਨਾਂ ਦੀ ਅਪੂਰਨਤਾ ਦਰਸਾਉਣ ਵਿੱਚ ਕੋਈ ਸੰਦੇਹ ਨਹੀਂ ਰਹਿਣ ਦਿੱਤਾ। ਪਾਵਨ ਗ੍ਰੰਥ ਦਾ ਸਰੂਪ ਮੁਕੰਮਲ ਹੋ ਜਾਣ ਉਪਰੰਤ ਇਸ ਨੂੰ ਭਾਦੋਂ ਸੁਦੀ ਏਕਮ ਸੰਮਤ 1661 ਬਿਕਰਮੀ ਅਗਸਤ 1604 ਦੇ ਦਿਨ ਪੂਰੇ ਸਤਿਕਾਰ ਸਹਿਤ ਹਰਿਮੰਦਰ ਸਾਹਿਬ ਵਿਖੇ ਬਿਰਾਜਮਾਨ ਕੀਤਾ ਗਿਆ। ਇਸ ਤਰ੍ਹਾਂ ਸਿੱਖ ਪੰਥ ਕੋਲ ਆਦਿ ਗ੍ਰੰਥ ਦੇ ਰੂਪ ਵਿੱਚ ਆਪਣਾ ਪਾਵਨ ਗ੍ਰੰਥ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਰੂਪ ਵਿੱਚ ਆਪਣਾ ਪਾਵਨ ਸਥਾਨ ਸਥਾਪਿਤ ਹੋ ਜਾਣ ਨਾਲ ਤੀਸਰੇ ਪੰਥ ਦੀ ਇੱਕ ਵੱਖਰੇ ਤੇ ਸੁਤੰਤਰ ਧਰਮ ਵਜੋਂ ਹਸਤੀ ਪੂਰੀ ਤਰ੍ਹਾਂ ਉੱਜਲ ਵਿਕਸਿਤ ਹੋ ਗਈ। ਇਸ ਨੂੰ ਹਿੰਦੂ ਮਤ ਅਤੇ ਇਸਲਾਮ ਨਾਲੋਂ ਨਿਖੇੜਨ ਵਾਲੀਆਂ ਹੱਦਬੰਦੀਆਂ ਸਪਸ਼ਟ ਉਗੜ ਆਈਆਂ। ਇਸ ਦੌਰਾਨ ਸਿੱਖ ਧਰਮ ਦੇ ਪ੍ਰਭਾਵ ਦਾ ਦਾਇਰਾ ਤੇਜ਼ੀ ਨਾਲ ਵਧਣ ਲੱਗਾ। ਗੁਰੂ ਸਾਹਿਬ ਦੀ ਸੰਗਤ ਸ਼ਾਹੀ ਦਰਬਾਰ ਦੀ ਤਰ੍ਹਾਂ ਸੱਜਣੀ ਸ਼ੁਰੂ ਹੋ ਗਈ। ਸਿੱਖਾਂ ਅੰਦਰ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਦੇ ਨਾਂ ਨਾਲ ਮੁਖਾਤਬ ਹੋਣ ਦੀ ਰੀਤ ਪ੍ਰਚਲਿਤ ਹੋ ਗਈ। ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਸਿੱਖਾਂ ਨੇ ਘੋੜਿਆਂ ਦਾ ਵਪਾਰ ਆਰੰਭ ਕਰ ਦਿੱਤਾ। ਗੁਰੂ ਸਾਹਿਬ ਨੇ ਇਸ ਮੰਤਵ ਲਈ ਸਿੱਖਾਂ ਨੂੰ ਮੱਧ ਏਸ਼ੀਆ ਦੇ ਖੇਤਰਾਂ, ਤੁਰਕਸਤਾਨ ਆਦਿ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ। ਗੋਕਲ ਚੰਦ ਨਾਰੰਗ ਦੇ ਸ਼ਬਦਾਂ ਵਿੱਚ ਇਹ ਕਦਮ ਉੱਪਰੋਂ ਭਾਵੇਂ ਬੜਾ ਸਾਧਾਰਨ ਜਿਹਾ ਲੱਗਦਾ ਸੀ, ਪਰ ਸਿੱਖ ਧਰਮ ਤੰਤਰ ਦੀ ਵੱਧਦੀ ਸ਼ਕਤੀ ਵਿੱਚ ਇਹ ਕਈ ਤਰ੍ਹਾਂ ਲਾਭਦਾਇਕ ਸਾਬਤ ਹੋਇਆ। ਪਹਿਲੀ ਗੱਲ ਤਾਂ ਇਹ ਹੋਈ ਕਿ ਇਸ ਨੇ ਹਿੰਦੂਆਂ ਦੀ ਸਿੰਧ ਦਰਿਆ ਪਾਰ ਕਰਨ ਦੀ ਪਾਬੰਦੀ ਨੂੰ ਤੋੜ ਕੇ ਜਾਤ-ਪਾਤ ਅਤੇ ਹਿੰਦੂ ਵਹਿਮ ਪ੍ਰਸਤੀ ਦੀ ਕਰੜਾਈ ਉੱਤੇ ਕਰਾਰੀ ਸੱਟ ਮਾਰੀ। ਘੋੜਿਆਂ ਦੇ ਵਪਾਰ, ਜੋ ਉਹਨਾਂ ਦਿਨਾਂ ਵਿੱਚ ਲਾਭਦਾਇਕ ਵਪਾਰ ਸੀ, ਨੇ ਸਿੱਖ ਵਪਾਰੀਆਂ ਨੂੰ ਮਾਲਦਾਰ ਬਣਾ ਦਿੱਤਾ। ਸਿੱਖਾਂ ਵਿੱਚ ਘੋੜਸਵਾਰੀ ਦੀ ਰੁਚੀ ਪੈਦਾ ਕਰਕੇ ਇਸ ਨੇ ਖਾਲਸੇ ਦੀਆਂ ਭਵਿੱਖੀ ਸੈਨਾਵਾਂ ਦਾ ਰਾਹ ਖੋਲ੍ਹਿਆ ਅਤੇ ਉਹ ਹੌਲੀ-ਹੌਲੀ ਉੱਤਰ ਭਾਰਤ ਦੇ ਸਰਵੋਤਮ ਘੋੜਸਵਾਰ ਬਣ ਗਏ। ਇਹ ਸਰਗਰਮੀਆਂ ਤੀਸਰੇ ਰਾਹ ਦੁਆਰਾ ਭਵਿੱਖ ਅੰਦਰ ਛੇਤੀ ਹੀ ਇੱਕ ਅਹਿਮ ਮੋੜਾ ਕੱਟਣ ਦੇ ਭਰਪੂਰ ਸੰਕੇਤ ਦੇ ਰਹੀਆਂ ਸਨ। ਜਾਤ ਅਭਿਮਾਨੀ ਹਿੰਦੂ ਵਰਗਾਂ ਦੀਆਂ ਤੀਸਰੇ ਰਾਹ ਪ੍ਰਤੀ ਮਲੀਨ ਭਾਵਨਾ ਕਦੇ ਵੀ ਲੁਕੀ ਨਹੀਂ ਰਹੀ ਸੀ। ਗੁਰੂ ਸਾਹਿਬਾਨ ਦੁਆਰਾ ਵਰਨ ਆਸ਼ਰਮ ਦੀਆਂ ਪੁਰਾਤਨ ਰੀਤਾਂ ਨੂੰ ਤੋੜਨਾ ਉਹਨਾਂ ਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਾ। ਹਿੰਦੂ ਸਮਾਜ ਨਾਲੋਂ ਅਲੱਗ ਸਿੱਖ ਸਮਾਜ ਅਤੇ ਸੰਸਥਾਵਾਂ ਦੀ ਉਸਾਰੀ ਵੱਲ ਪੁੱਟਿਆ ਗਿਆ ਹਰ ਕਦਮ ਉਹਨਾਂ ਅੰਦਰ ਨਵੀਂ ਜਲਨ ਪੈਦਾ ਕਰਦਾ ਰਿਹਾ। ਜਦ ਉਹਨਾਂ ਨੂੰ ਇਹ ਕਨਸੋਹ ਮਿਲੀ ਕਿ ਸਿੱਖਾਂ ਦੇ ਪੰਜਵੇਂ ਗੁਰੂ ਆਪਣਾ ਵੱਖਰਾ ਧਾਰਮਿਕ ਗ੍ਰੰਥ ਰਚਨ ਦੇ ਕਾਰਜ ਵਿੱਚ ਲੱਗੇ ਹੋਏ ਹਨ, ਤਾਂ ਉਹਨਾਂ ਅੰਦਰ ਭਾਰੀ ਘਬਰਾਹਟ ਫੈਲ ਗਈ। ਪਹਿਲਾਂ ਵਾਂਗ ਹੀ ਉਹਨਾਂ ਨੇ ਬਾਦਸ਼ਾਹ ਅਕਬਰ ਕੋਲ ਇਹ ਸ਼ਿਕਾਇਤ ਜਾ ਕੀਤੀ ਕਿ ਸਿੱਖਾਂ ਦਾ ਪੰਜਵਾਂ ਗੁਰੂ ਜੋ ਪੋਥੀ ਤਿਆਰ ਕਰ ਰਿਹਾ ਹੈ, ਉਸ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਪੈਗੰਬਰਾਂ ਬਾਰੇ ਹੱਤਕਪੂਰਨ ਗੱਲਾਂ ਕਹੀਆਂ ਗਈਆਂ ਹਨ। ਪਰੰਤੂ ਜਿਵੇਂ ਕਿ ਜ਼ਿਕਰ ਹੋ ਚੁੱਕਾ ਹੈ, ਬਾਦਸ਼ਾਹ ਅਕਬਰ ਦੀ ਧਾਰਮਿਕ ਉਦਾਰਦਲੀ ਸਦਕਾ ਬਿਪਰ ਸੰਸਕਾਰੀਆਂ ਦੀ ਗੁਰੂ ਸਾਹਿਬ ਖਿਲਾਫ ਇਹ ਚੁਗਲੀ ਕਾਰਗਰ ਨਾ ਹੋ ਸਕੀ।
ਦੂਜੇ ਬੰਨੇ ਗੁਰੂ ਸਾਹਿਬਾਨ ਦਾ ਫਲਸਫਾ ਇਸਲਾਮ ਅੰਦਰਲੇ ਕੱਟੜ ਵਿਸ਼ਵਾਸੀ ਵਰਗਾਂ ਕਾਜ਼ੀਆਂ ਮੁਲਾਣਿਆਂ ਨੂੰ ਵੀ ਬਰਾਬਰ ਉਪਰਾਮ ਕਰਦਾ ਸੀ। ਇਹ ਉਹਨਾਂ ਦੀ ਧਾਰਮਿਕ ਤੰਗ ਨਜ਼ਰੀ ਦੀਆਂ ਬੁਨਿਆਦਾਂ, ਆਪਣੇ ਧਾਰਮਿਕ ਮਤ, ਗ੍ਰੰਥ ਅਤੇ ਪੈਗੰਬਰ ਦੀ ਵਾਹਿਦ ਪ੍ਰਮਾਣਤਾ ਵਿੱਚ ਵਿਸ਼ਵਾਸ ਅਤੇ ਦੰਭੀ ਅਮਲਾਂ ਉੱਤੇ ਤਿੱਖੀ ਚੋਟ ਕਰਦਾ ਸੀ। ਜਾਤ ਅਭਿਮਾਨ ਦੇ ਡੰਗੇ ਹਿੰਦੂ ਵਰਗਾਂ ਦੀ ਤਰ੍ਹਾਂ ਹੀ ਧਾਰਮਿਕ ਤੰਗ ਦਿਲੀ ਦਾ ਸ਼ਿਕਾਰ ਮੁਸਲਿਮ ਕਾਜ਼ੀ ਅਤੇ ਮੁਲਾਣੇ ਵੀ ਤੀਸਰੇ ਪੰਥ ਪ੍ਰਤੀ ਮਨਾਂ ਅੰਦਰ ਬਰਾਬਰ ਈਰਖਾ ਅਤੇ ਦੁਸ਼ਮਣੀ ਦੇ ਭਾਵ ਰੱਖਦੇ ਸਨ। ਜਾਤ ਅਭਿਮਾਨੀ ਹਿੰਦੂ ਵਰਗਾਂ ਦੀ ਤਰ੍ਹਾਂ ਹੀ ਉਹਨਾਂ ਦਾ ਵੀ ਬਾਦਸ਼ਾਹ ਨੂੰ ਸਿੱਖ ਗੁਰੂਆਂ ਖਿਲਾਫ ਕਾਰਵਾਈ ਕਰਨ ਲਈ ਉਕਸਾਉਣ ਉੱਤੇ ਪੂਰਾ ਜ਼ੋਰ ਲੱਗਾ ਹੋਇਆ ਸੀ। ਅਕਬਰ ਦੀ ਮੌਤ ਅਕਤੂਬਰ 1605 ਤੋਂ ਬਾਅਦ ਜਦ ਉਸ ਦਾ ਬੇਟਾ ਸਲੀਮ ਜਹਾਂਗੀਰ ਬਾਦਸ਼ਾਹੀ ਤਖਤ ਉੱਤੇ ਬੈਠਾ ਤਾਂ ਤੀਸਰੇ ਰਾਹ ਦੀਆਂ ਦੁਸ਼ਮਣ ਤਾਕਤਾਂ ਨੂੰ ਇਸ ਉੱਤੇ ਹਮਲਾ ਕਰਨ ਦਾ ਸਾਜ਼ਗਾਰ ਮੌਕਾ ਜੁੜ ਗਿਆ। ਕੁਝ ਫੌਰੀ ਕਾਰਨਾਂ ਦੀ ਓਟ ਲੈ ਕੇ ਉਹਨਾਂ ਨੇ ਬਾਦਸ਼ਾਹ ਨੂੰ ਗੁਰੂ ਸਾਹਿਬ ਖਿਲਾਫ ਕਾਰਵਾਈ ਕਰਨ ਲਈ ਉਤੇਜਿਤ ਕਰ ਦਿੱਤਾ। ਝੂਠੀਆਂ ਸ਼ਿਕਾਇਤਾਂ ਅਤੇ ਚੁਗਲੀਆਂ ਦੀ ਉਕਸਾਹਟ ਵਿੱਚ ਆਏ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ 2 ਲੱਖ ਦਾ ਜੁਰਮਾਨਾ ਅਦਾ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੁਰ ਨੂੰ ਪ੍ਰਚਲਿਤ ਇਸਲਾਮੀ ਦ੍ਰਿਸ਼ਟੀਕੋਣ ਅਨੁਸਾਰ ਢਾਲਣ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਸਾਹਿਬ ਦੁਆਰਾ ਬਾਦਸ਼ਾਹ ਦੇ ਇਸ ਫਰਮਾਨ ਨੂੰ ਦ੍ਰਿੜਤਾਪੂਰਵਕ ਠੁਕਰਾ ਦੇਣ ਉਪਰੰਤ ਉਹਨਾਂ ਨੂੰ ਘੋਰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਤਿਹਾਸਕਾਰਾਂ ਦਾ ਇੱਕ ਵਰਗ, ਜਿਸ ਦੇ ਮੋਹਰੀ ਸਵਰਗੀ ਡਾਕਟਰ ਗੰਡਾ ਸਿੰਘ ਸਨ, ਗੁਰੂ ਸਾਹਿਬ ਦੀ ਸ਼ਹਾਦਤ ਲਈ ਨਿਰੋਲ ਮੁਸਲਿਮ ਕੱਟੜਪੰਥੀ ਤਾਕਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ। ਸਵਰਗੀ ਸਰਦਾਰ ਕਪੂਰ ਸਿੰਘ ICS ਸਮੇਤ ਕਾਫੀ ਸਾਰੇ ਸਿੱਖ ਵਿਦਵਾਨਾਂ ਨੇ ਇਸ ਮੱਤ ਦੀ ਪੁਰਜ਼ੋਰ ਹਾਮੀ ਭਰੀ ਹੈ। ਇਹ ਮੱਤ ਭਾਰਤ ਅੰਦਰ ਹਿੰਦੂਵਾਦੀ ਤਾਕਤਾਂ ਦੇ ਰਾਜਸੀ ਸੱਭਿਆਚਾਰਕ ਹਿੱਤਾਂ ਤੇ ਮਨਸੂਬਿਆਂ ਦੇ ਪੂਰੀ ਤਰ੍ਹਾਂ ਰਾਸ ਆਉਂਦਾ ਹੈ। ਇਸ ਕਰਕੇ ਭਾਰਤ ਅੰਦਰ ਹਿੰਦੂ ਹੁਕਮਰਾਨ ਵਰਗ ਨਾਲ ਜੁੜੇ ਜਾਂ ਇਸ ਦਾ ਦਬਦਬਾ ਕਬੂਲ ਕਰਨ ਵਾਲੇ ਸਿੱਖ ਵਿਦਵਾਨਾਂ ਦਾ ਸਾਰਾ ਯਤਨ ਇਸ ਮੱਤ ਨੂੰ ਸਹੀ ਠਹਿਰਾਉਣ ਉੱਤੇ ਲੱਗਾ ਹੋਇਆ ਹੈ। ਪਰ ਸਿੱਖ ਵਿਦਵਾਨਾਂ ਦਾ ਇੱਕ ਦੂਸਰਾ ਵਰਗ ਇਸ ਮੱਤ ਨੂੰ ਗਹਿਰੇ ਸ਼ੱਕ ਤੇ ਪੜਚੋਲ ਦੀ ਦ੍ਰਿਸ਼ਟੀ ਨਾਲ ਦੇਖਦਾ ਹੈ। ਹਰਿੰਦਰ ਸਿੰਘ ਮਹਿਬੂਬ ਨੇ ਇਤਿਹਾਸ ਦੀ ਡੂੰਘੀ ਖੋਜ ਕਰਨ ਉਪਰੰਤ ਇਸ ਮੱਤ ਦਾ ਜ਼ੋਰਾਵਰ ਦਲੀਲਾਂ ਨਾਲ ਖੰਡਨ ਕੀਤਾ ਹੈ। ਪੰਚਮ ਪਾਤਸ਼ਾਹ ਦੀ ਸ਼ਹਾਦਤ ਕੋਈ ਸਬੱਬੀ ਵਾਪਰੀ ਘਟਨਾ ਨਹੀਂ ਸੀ। ਇਹ ਤੀਸਰੇ ਰਾਹ ਦਾ ਨਿਆਰਾਪਣ ਪ੍ਰਗਟ ਕਰਨ ਅਤੇ ਇਸ ਨੂੰ ਪੱਕੇ ਪੈਰੀ ਕਰਨ ਦੇ ਦੈਵੀ ਮਿਸ਼ਨ ਦਾ ਜ਼ਰੂਰੀ ਤੇ ਸਹਿਜ ਪੜਾਅ ਸੀ। ਇਸ ਸ਼ਹਾਦਤ ਦੇ ਜ਼ਰੀਏ ਗੁਰੂ ਸਾਹਿਬ ਇਸ ਸੱਚਾਈ ਨੂੰ ਪ੍ਰਮਾਣਿਤ ਕਰਨਾ ਚਾਹੁੰਦੇ ਸਨ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਤੀਸਰਾ ਪੰਥ ਨਿਰਮਲ ਤੇ ਨਿਆਰਾ ਹੈ ਅਤੇ ਆਪਣਾ ਇਹ ਨਿਆਰਾਪਣ ਸਲਾਮਤ ਰੱਖਣ ਲਈ ਇਸ ਨੂੰ ਇਤਿਹਾਸ ਅੰਦਰ ਸ਼ਹਾਦਤਾਂ ਦੀ ਲੰਮੀ ਵਾਟ ਤੈਅ ਕਰਨੀ ਪੈਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰ ਨੂੰ ਪ੍ਰਚਲਿਤ ਇਸਲਾਮੀ ਤਰਜ਼ ਉੱਤੇ ਢਾਲਣ ਤੋਂ ਇਨਕਾਰ ਕਰਨ ਪਿੱਛੇ ਅਸੂਲਾਂ ਦੀ ਰੱਖਿਆ ਕਰਨ ਦਾ ਇੱਕ ਗਹਿਰਾ ਨੈਤਿਕ ਹੱਠ ਕੰਮ ਨਹੀਂ ਸੀ ਕਰਦਾ। ਪੰਚਮ ਪਾਤਸ਼ਾਹ ਦੀ ਸ਼ਹਾਦਤ ਵਿੱਚ ਗੁਰੂ ਦੇ ਪਿਆਰਿਆਂ ਲਈ ਇੱਕ ਸੂਖਮ ਸੰਦੇਸ਼ ਛੁਪਿਆ ਹੋਇਆ ਸੀ ਕਿ ਵਿਚਾਰਧਾਰਾ ਦੇ ਮਾਮਲੇ ਵਿੱਚ ਛੋਟ ਜਾਂ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ। ਅਜਿਹੀ ਕੁਰਹਿਤ ਕਰਨ ਵਾਲਾ ਗੁਰੂ ਦਾ ਹੀ ਬੇਟਾ ਕਿਉਂ ਨਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼ਹਾਦਤ ਦੇ ਲਈ ਲਾਹੌਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਬਾਲ ਹਰਗੋਬਿੰਦ, ਜੋ ਉਸ ਵੇਲੇ ਮਸਾਂ 11 ਸਾਲਾਂ ਦੇ ਸਨ, ਨੂੰ ਇਸ ਬਾਰੇ ਸਪਸ਼ਟ ਆਦੇਸ਼ ਦੇ ਦਿੱਤਾ ਸੀ ਕਿ ਗੱਦੀ ਉੱਤੇ ਹਥਿਆਰਬੰਦ ਹੋ ਕੇ ਬੈਠਣਾ ਅਤੇ ਫੌਜ ਇਕੱਠੀ ਕਰਨੀ ਹੈ। ਗੁਰੂ ਪਿਤਾ ਦੀ ਇਸ ਹਦਾਇਤ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਗ੍ਰਹਿਣ ਕਰਨ ਵੇਲੇ ਸੇਲੀ ਟੋਪੀ ਧਾਰਨ ਕਰਨ ਦੀ ਪ੍ਰਚਲਿਤ ਰੀਤ ਨੂੰ ਛੱਡ ਕੇ ਬਾਬਾ ਬੁੱਢਾ ਜੀ ਨੂੰ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਉਣ ਲਈ ਕਿਹਾ। ਬਾਬਾ ਬੁੱਢਾ ਜੀ ਸਮੇਤ ਕਾਫੀ ਸਾਰੇ ਮੋਹਰੀ ਸਿੱਖਾਂ ਨੂੰ ਛੋਟੀ ਆਯੂ ਦੇ ਗੁਰੂ ਦਾ ਇਹ ਅੰਦਾਜ਼ ਥੋੜਾ ਅਚੰਭੇ ਭਰਿਆ ਲੱਗਾ। ਉਹਨਾਂ ਦੇ ਮਨਾਂ ਅੰਦਰ ਸ਼ੰਕੇ ਉਤਪੰਨ ਹੋਏ। ਭਾਈ ਗੁਰਦਾਸ ਜੀ ਦੀ ਵਾਰ ਵਿੱਚੋਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਗੁਰੂ ਸਾਹਿਬ ਦੇ ਇਸ ਵਿਚਿੱਤਰ ਅੰਦਾਜ਼ ਨੇ ਭਾਈ ਬੁੱਢਾ ਜੀ ਵਰਗੇ ਪ੍ਰੋੜ ਗੁਰਮੁਖ ਦੇ ਮਨ ਵਿੱਚ ਵੀ ਸ਼ੰਕੇ ਦੀ ਹਲਕੀ ਜਿਹੀ ਲਹਿਰ ਪੈਦਾ ਕਰ ਦਿੱਤੀ ਸੀ। ਪਰ ਗੁਰੂ ਜੀ ਪੂਰੇ ਸਿਰੜ ਤੇ ਦ੍ਰਿੜਤਾ ਨਾਲ ਆਪਣੇ ਇਰਾਦੇ ਉੱਤੇ ਅਡੋਲ ਕਾਇਮ ਰਹੇ। ਗੁਰਿਆਈ ਗ੍ਰਹਿਣ ਕਰਨ ਦੇ ਥੋੜੇ ਦਿਨਾਂ ਬਾਅਦ ਹੀ ਉਹਨਾਂ ਸੰਗਤ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਕਿ ਉਹ ਅੱਗੇ ਤੋਂ ਘੋੜੀਆਂ ਤੇ ਹਥਿਆਰਾਂ ਦੀ ਭੇਟਾ ਹਾਜ਼ਰ ਕਰਨ। ਰੱਬ ਨੂੰ ਛੱਡ ਕੇ ਕਿਸੇ ਦੂਜੇ ਦੀ ਸੱਤਾ ਨੂੰ ਨਾ ਮਨਜ਼ੂਰ ਕਰਨ ਦਾ ਸਿਧਾਂਤ ਮੁੱਢਲੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੀ ਪੇਸ਼ ਕਰ ਦਿੱਤਾ ਸੀ। ਗੁਰੂ ਅਰਜਨ ਸਾਹਿਬ ਨੇ ਜਹਾਂਗੀਰ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਕੇਵਲ ਅਕਾਲ ਪੁਰਖ ਦੇ ਉਪਾਸ਼ਕ ਹਨ, ਰੱਬ ਤੋਂ ਬਿਨਾਂ ਹੋਰ ਕਿਸੇ ਬਾਦਸ਼ਾਹ ਨੂੰ ਨਹੀਂ ਮੰਨਦੇ। ਗੁਰੂ ਹਰਗੋਬਿੰਦ ਸਾਹਿਬ ਨੇ ਇਸ ਸਿਧਾਂਤ ਨੂੰ ਠੋਸ ਅਮਲੀ ਰੂਪ ਦਿੰਦੇ ਹੋਏ ਹਰਿਮੰਦਰ ਸਾਹਿਬ ਦੇ ਨੇੜੇ ਅਤੇ ਉਸ ਦੀ ਸੇਧ ਵਿੱਚ ਅਕਾਲ ਤਖਤ ਦੀ ਸਥਾਪਨਾ ਕੀਤੀ।
ਉਹਨਾਂ ਨੇ ਮੀਰੀ ਤੇ ਪੀਰੀ ਦੇ ਜੁੜਵੇਂ ਝੰਡੇ ਝੁਲਾ ਕੇ ਅਤੇ ਸੀਸ ਉੱਤੇ ਕਲਗੀ ਸਜਾ ਕੇ ਅਕਾਲ ਤਖਤ ਉੱਤੇ ਸ਼ੋਭਨਿਕ ਹੋਣਾ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਨੂੰ ਸਿੱਖ ਪੰਥ ਦੀਆਂ ਜਥੇਬੰਦਕ ਅਤੇ ਸੈਨਿਕ ਸਰਗਰਮੀਆਂ ਦਾ ਕੇਂਦਰ ਬਣਾ ਦਿੱਤਾ। ਅਕਾਲ ਤਖਤ ਉੱਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਹਥਿਆਰ ਤੇ ਘੋੜੇ ਲੈ ਕੇ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਪਹੁੰਚਣ ਲੱਗ ਪਏ ਅਤੇ ਇਸ ਪ੍ਰਕਾਰ ਅਕਾਲ ਤਖਤ ਸਿੱਖ ਸੈਨਾ ਲਈ ਹਥਿਆਰਾਂ ਤੇ ਜੰਗੀ ਅਭਿਆਸ ਦਾ ਮੁਕਾਮ ਬਣ ਗਿਆ। ਅਕਾਲ ਤਖਤ ਤੇ ਹੀ ਸਿੱਖ ਸੈਨਾ ਨੂੰ ਸੰਗਠਿਤ ਕਰਨ ਦਾ ਕੰਮ ਆਰੰਭਿਆ ਗਿਆ। ਸਿੱਖਾਂ ਦੀ ਸੈਨਿਕ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਨੇ 5 ਸੈਨਾਪਤੀ ਬਿਧੀਆ, ਪੈਣਾ, ਪਿਰਾਣਾ, ਜੇਠਾ ਤੇ ਲੰਗਾ ਨਾਮਜ਼ਦ ਕੀਤੇ ਅਤੇ ਉਹਨਾਂ ਨੂੰ 100 ਦੇ ਸੈਨਿਕ ਦਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਪ੍ਰਕਾਰ ਸੈਨਾ ਦੇ ਸੰਗਠਿਤ ਹੋਣ ਨਾਲ ਅਕਾਲ ਤਖਤ ਇੱਕ ਪੂਰਨ ਰਾਜਸੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਵੀ ਅਕਾਲ ਤਖਤ ਉੱਤੇ ਰਾਜਸੀ ਅਤੇ ਸੰਸਾਰਕ ਸੱਤਾ ਦੇ ਪ੍ਰਤੀਕ ਬਣ ਕੇ ਬੈਠਿਆ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੁਆਰਾ ਅਖਤਿਆਰ ਕੀਤਾ ਗਿਆ ਇਹ ਅੰਦਾਜ਼ ਹਿੰਦੂ ਧਾਰਮਿਕ ਪਰੰਪਰਾ ਲਈ ਇੱਕਦਮ ਓਪਰਾ ਸੀ। ਅਧਿਆਤਮਕ ਤੇ ਸੰਸਾਰਕ ਖੰਡਾਂ ਨੂੰ ਇੱਕ ਦੂਜੇ ਨਾਲੋਂ ਨਿਖੇੜ ਕੇ ਦੇਖਣ ਅਤੇ ਦੋਵਾਂ ਵਿਚਕਾਰ ਇੱਕ ਕਤਈ ਦੁਵੰਡ ਖੜੀ ਕਰਨ ਦੀ ਧਾਰਨਾ ਪੁਰਾਤਨ ਹਿੰਦੂ ਧਾਰਮਿਕ ਪਰੰਪਰਾ ਦਾ ਮੂਲ ਆਧਾਰ ਸੀ। ਇਸ ਦੇ ਨਾਲ ਹੀ ਅਹਿੰਸਾ ਦੇ ਸਿਧਾਂਤ ਨੇ ਪੁਰਾਤਨ ਹਿੰਦੂ ਧਾਰਮਿਕ ਪਰੰਪਰਾ ਅੰਦਰ ਮੂਲ ਧਾਰਮਿਕ ਵਿਸ਼ਵਾਸ ਦਾ ਰੁਤਬਾ ਗ੍ਰਹਿਣ ਕੀਤਾ ਹੋਇਆ ਸੀ। ਇਸ ਦਾ ਖੁਲਾਸਾ ਕਰਦੇ ਹੋਏ ਜਗਜੀਤ ਸਿੰਘ ਲਿਖਦੇ ਹਨ ਕਿ ਪ੍ਰਾਚੀਨ ਹਿੰਦੂ ਧਾਰਮਿਕ ਪਰੰਪਰਾ ਅੰਦਰ ਤਾਕਤ ਦੀ ਵਰਤੋਂ ਨੂੰ ਨਿਖੇਧੀਯੋਗ ਅਥਵਾ ਵਰਜਿਤ ਸਮਝਿਆ ਜਾਂਦਾ ਸੀ। ਬ੍ਰਾਹਮਣਵਾਦ ਜਾਤ ਪਾਤੀ ਸਮਾਜ ਨੂੰ ਕਾਇਮ ਰੱਖਣ ਲਈ ਤਾਕਤ ਦੀ ਵਰਤੋਂ ਦੀ ਆਗਿਆ ਤਾਂ ਦਿੰਦਾ ਸੀ, ਪਰ ਇਸ ਦੇ ਵਿਰੋਧੀ ਮਤਲਬ ਲਈ ਨਹੀਂ। ਬਾਦਸ਼ਾਹ ਵਾਸਤੇ ਇਹ ਜਾਇਜ਼ ਸੀ ਕਿ ਉਹ ਤਾਕਤ ਦੀ ਵਰਤੋਂ ਕਰਕੇ ਆਪਣੀ ਬਾਦਸ਼ਾਹੀ ਦੀਆਂ ਹੱਦਾਂ ਦਾ ਵਿਸਥਾਰ ਕਰ ਲਵੇ। ਹਾਕਮਾਂ ਦੇ ਮੁੱਢਲੇ ਫਰਜ਼ਾਂ ਵਿੱਚੋਂ ਇਹ ਵੀ ਸੀ ਕਿ ਉਹ ਹਰ ਹੀਲਾ ਵਰਤ ਕੇ ਵਰਨ ਆਸ਼ਰਮ ਧਰਮ ਨੂੰ ਕਾਇਮ ਰੱਖਣ। ਪਰ ਬ੍ਰਾਹਮਣਵਾਦ ਹੇਠਲੀਆਂ ਜਾਤਾਂ ਨੂੰ ਉੱਪਰਲੀਆਂ ਜਾਤਾਂ ਦੇ ਖਿਲਾਫ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ ਦਿੰਦਾ, ਕਿਉਂਕਿ ਬ੍ਰਾਹਮਣਾਂ ਦਾ ਹਿੱਤ ਵੀ ਹਾਕਮ ਜਾਤਾਂ ਵਾਂਗ ਜਾਤ ਪਾਤ ਨੂੰ ਕਾਇਮ ਰੱਖਣ ਵਿੱਚ ਸੀ। ਜੈਨ ਤੇ ਬੁੱਧ ਮਤ ਇਸ ਤੋਂ ਵੀ ਇੱਕ ਕਦਮ ਅੱਗੇ ਗਏ। ਉਹਨਾਂ ਨੇ ਕਿਸੇ ਵੀ ਮਨੋਰਥ ਵਾਸਤੇ ਤਾਕਤ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਨੂੰ ਬਿਲਕੁਲ ਤਿਆਗ ਦਿੱਤਾ। ਇਹਨਾਂ ਸਾਰੀਆਂ ਗੱਲਾਂ ਦਾ ਰਲਵਾਂ ਨਤੀਜਾ ਇਹ ਹੋਇਆ ਕਿ ਹਥਿਆਰ ਚੁੱਕਣਾ ਵੱਡਾ ਅਧਰਮ ਸਮਝਿਆ ਜਾਣ ਲੱਗਾ। ਅਹਿੰਸਾ ਦੇ ਸਿਧਾਂਤ 'ਚੋਂ 2 ਧਾਰਨਾਵਾਂ ਪੈਦਾ ਹੋਈਆਂ। ਇੱਕ, ਹਿੰਸਾ ਨੂੰ ਆਤਮਿਕ ਤਰੱਕੀ ਦੇ ਰਾਹ ਦੀ ਰੁਕਾਵਟ ਸਮਝਿਆ ਜਾਣ ਲੱਗਾ। ਦੂਜਾ, ਮੋਖ ਪ੍ਰਾਪਤ ਕਰਨ ਦੇ ਰਾਹ ਨੂੰ ਸਮਾਜਿਕ ਤੇ ਰਾਜਸੀ ਸੇਵਾ ਦੇ ਖੇਤਰ ਨਾਲੋਂ ਇਸ ਕਦਰ ਨਿਖੇੜ ਕੇ ਦੇਖਿਆ ਜਾਣ ਲੱਗ ਪਿਆ ਕਿ ਦੋਵਾਂ ਨੂੰ ਇੱਕ ਦੂਜੇ ਦੇ ਵਿਰੋਧੀ ਬਣਾ ਦਿੱਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਿਕਾਰ ਖੇਡਦੇ ਦੇਖ ਕੇ ਸ਼ਿਵਾਜੀ ਮਰਹੱਟਾ ਦੇ ਧਾਰਮਿਕ ਗੁਰੂ ਸੰਤ ਸਮਰੱਥ ਰਾਮਦਾਸ ਦੁਆਰਾ ਗੁਰੂ ਜੀ ਨੂੰ ਕੀਤਾ ਗਿਆ ਸ਼ੰਕੇ ਭਰਿਆ ਸਵਾਲ ਇਸ ਡੂੰਘੇ ਧਸੇ ਹਿੰਦੂ ਵਿਸ਼ਵਾਸ ਦੀ ਉਪਜ ਹੀ ਸੀ। ਗੁਰੂ ਸਾਹਿਬ ਨੇ ਹਿੰਦੂ ਸੰਤ ਨੂੰ ਬਾਤਨ ਫਕੀਰੀ ਜ਼ਾਹਰ ਅਮੀਰੀ ਦਾ ਉਪਦੇਸ਼ ਦ੍ਰਿੜ ਕਰਵਾਉਂਦਿਆਂ ਗੁਰੂ ਨਾਨਕ ਦੇਵ ਜੀ ਦਾ ਨਿਆਰਾ ਸਿਧਾਂਤ ਸਪਸ਼ਟ ਕੀਤਾ। ਸਿੱਧਾਂ ਨਾਲ ਗੋਸ਼ਟੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਇਸ ਮਾਮਲੇ ਬਾਰੇ ਪਰਪੱਕ ਹੋ ਚੁੱਕੀ ਹਿੰਦੂ ਧਾਰਨਾ ਦਾ ਤਿੱਖਾ ਖੰਡਨ ਕੀਤਾ ਸੀ। ਉਸ ਤੋਂ ਬਾਅਦ ਸਭਨਾ ਗੁਰੂਆਂ ਨੇ ਬਾਬੇ ਨਾਨਕ ਦੇ ਇਸ ਨਿਆਰੇ ਰਾਹ ਨੂੰ ਹੋਰ ਰੌਸ਼ਨ ਕੀਤਾ। ਗੁਰੂ ਅਰਜਨ ਦੇਵ ਦੁਆਰਾ ਘੋੜਿਆਂ ਦਾ ਵਪਾਰ, ਸੱਚੇ ਪਾਤਸ਼ਾਹ ਦਾ ਸੰਕਲਪ, ਸੰਗਤ ਦਾ ਸ਼ਾਹੀ ਦਰਬਾਰ ਦੀ ਤਰ੍ਹਾਂ ਜੁੜਨਾ ਆਦਿ ਸਾਰੀਆਂ ਗੱਲਾਂ ਹਿੰਦੂ ਪਰੰਪਰਾ ਦਾ ਖੁੱਲ੍ਹਮ ਖੁੱਲ੍ਹਾ ਨਿਖੇਧ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਥਾਪਨਾ ਤੇ ਸਿੱਖ ਪੰਥ ਦੀ ਹਥਿਆਰਬੰਦੀ ਦੇ ਜ਼ਰੀਏ ਇਸ ਨਿਖੇੜੇ ਦੇ ਅਮਲ ਨੂੰ ਹੋਰ ਪੱਕਾ ਕਰ ਦਿੱਤਾ। ਉਚਿਤ ਮਿਸ਼ਨ ਲਈ ਤਾਕਤ ਦੀ ਵਰਤੋਂ ਜਾਇਜ਼ ਸਮਝਣ ਦਾ ਸਿਧਾਂਤ ਇੱਕ ਹੋਰ ਵਖਰੇਵਾਂ ਹੈ ਜੋ ਸਿੱਖੀ ਦੇ ਉਪਦੇਸ਼ ਨੂੰ ਇਨਕਲਾਬੀ ਭਗਤਾਂ ਤੇ ਬਾਕੀ ਪੁਰਾਤਨ ਧਰਮਾਂ ਨਾਲੋਂ ਨਿਖੇੜਦਾ ਹੈ। ਸਿੱਖ ਲਹਿਰ ਦਾ ਰੂਪ ਤੇ ਇਸ ਦੀਆਂ ਜੰਗੀ ਸਰਗਰਮੀਆਂ ਦੇ ਪੱਖ ਨੂੰ ਨਿਸ਼ਚਿਤ ਕਰਨ ਵਿੱਚ ਇਸ ਨਿਖੇੜ ਕਾਰਨ ਦੂਰ ਰਸ ਨਤੀਜੇ ਨਿਕਲੇ। ਗੁਰੂ ਗੋਬਿੰਦ ਸਿੰਘ ਬਾਰੇ ਗਾਂਧੀ, ਟੈਗੋਰ ਤੇ ਹੋਰਨਾਂ ਹਿੰਦੂ ਹਸਤੀਆਂ ਦੁਆਰਾ ਕੀਤੀਆਂ ਗਈਆਂ ਅਯੋਗ ਟਿੱਪਣੀਆਂ ਹਿੰਸਾ ਬਾਰੇ ਇਸ ਪੁਰਾਤਨ ਹਿੰਦੂ ਵਿਸ਼ਵਾਸਾਂ ਦੀ ਹੀ ਪੈਦਾਇਸ਼ ਹਨ। ਗੁਰੂ ਨਾਨਕ ਦੇਵ ਦੁਆਰਾ ਕਾਇਮ ਮੁਕਾਮ ਸਮਾਜੀ ਤੇ ਰਾਜਸੀ ਪ੍ਰਬੰਧ ਦੀ ਪੜਚੋਲ ਲਬ ਪਾਪ ਦੁਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਰਾਜੇ ਸੀ ਮੁਕੱਦਮ ਕੁੱਤੇ। ਖਾਲੀ ਪੜਚੋਲ ਹੀ ਨਹੀਂ ਸੀ, ਇਸ ਦਾ ਸਪਸ਼ਟ ਮਨੋਰਥ ਸੀ।
ਮਨੋਰਥ ਧਰਤੀ ਉੱਤੇ ਸੱਚ ਅਤੇ ਨਿਆਂ ਦਾ ਪ੍ਰਬੰਧ ਰੱਬੀ ਨਿਜ਼ਾਮ ਕਾਇਮ ਕਰਨਾ ਸੀ। ਇਸ ਕਰਕੇ ਸਿੱਖ ਲਹਿਰ ਦਾ ਰਾਜਸੀ ਤੱਤ ਬੀਜ ਰੂਪ ਵਿੱਚ ਗੁਰੂ ਨਾਨਕ ਦੇਵ ਦੁਆਰਾ ਨਿਰਧਾਰਿਤ ਕੀਤੀ ਗਈ ਸੇਧ ਵਿੱਚ ਹੀ ਮੌਜੂਦ ਸੀ। ਬਾਅਦ ਵਿੱਚ ਹਰ ਗੁਰੂ ਨੇ ਸਿੱਖ ਪੰਥ ਨੂੰ ਇਸ ਕਾਰਜ ਦੇ ਸਮਰੱਥ ਕਰਨ ਲਈ ਢੁਕਵੇਂ ਕਦਮ ਚੁੱਕੇ। ਮਰਹੂਮ ਡਾਕਟਰ ਹਰਭਜਨ ਸਿੰਘ ਦੱਲੀ ਨੇ ਇਸ ਸੱਚਾਈ ਨੂੰ ਇਸ ਤਰ੍ਹਾਂ ਬਿਆਨਿਆ ਹੈ। ਸਿੱਖ ਧਰਮ ਦੇ ਮੋਢੀ ਗੁਰੂ ਦੀ ਰਚਨਾ ਵਿੱਚ ਹੀ ਸਪਸ਼ਟ ਹੋ ਗਿਆ ਸੀ ਕਿ ਧਰਮ ਅਤੇ ਰਾਜ ਨੂੰ ਇੱਕ ਦੂਜੇ ਨਾਲ ਜੋੜਨ ਵਿੱਚ ਹੀ ਸੰਯੁਕਤ, ਸੰਤੁਲਿਤ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਭੇਤ ਲੁਕਿਆ ਹੋਇਆ ਹੈ। ਜਿਸ ਜੀਵਨ ਸ਼ੈਲੀ ਦੇ ਬੀਜ ਪ੍ਰਥਮ ਗੁਰੂ ਨਾਨਕ ਦੇਵ ਦੀ ਰਚਨਾ ਵਿੱਚ ਸਮਾਏ ਹੋਏ ਹਨ, ਉਹਨਾਂ ਨੂੰ ਹੀ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਅਤੇ ਵਿਹਾਰ ਵਿੱਚ ਉਜਾਗਰ ਕੀਤਾ। ਇਹ ਲੋਕ ਅਤੇ ਪਰਲੋਕ ਜੋ ਪ੍ਰਥਮ ਗੁਰੂ ਸਾਹਿਬ ਦੀ ਬਾਣੀ ਵਿੱਚ ਇੱਕ ਦੂਜੇ ਵਿੱਚ ਰਚੇ ਮਿਚੇ ਸਨ, ਉਹਨੂੰ 6ਵੇਂ ਗੁਰੂ ਸਾਹਿਬ ਨੇ ਨਿਖੜਵੇਂ ਰੂਪ ਵਿੱਚ ਪੇਸ਼ ਕੀਤਾ। ਪਰਮਦਰਸ਼ੀ ਗੁਰੂ ਸਾਹਿਬ ਬਦਲਵੇਂ ਰਾਜ ਦਾ ਦ੍ਰਿਸ਼ ਪੇਸ਼ ਕਰਦੇ ਰਹੇ। ਉਹਨਾਂ ਦੀ ਬਾਣੀ ਵਿੱਚ ਦਰਜ ਰਾਜ ਵਿਰੋਧ ਨਿਰੋਲ ਵਿਰੋਧ ਵਾਸਤੇ ਨਹੀਂ ਹੈ। ਨਿਰੋਲ ਵਿਰੋਧ ਕਿਸੇ ਵੀ ਸਮੱਸਿਆ ਦਾ ਸਮਾਧਾਨ ਪੇਸ਼ ਕਰਨ ਵਿੱਚ ਅਸਮਰੱਥ ਹੈ। ਵਿਰੋਧ ਦੇ ਨਾਲ ਨਾਲ ਬਦਲ ਪੇਸ਼ ਕਰਨ ਵਿੱਚ ਹੀ ਵਿਰੋਧ ਦੀ ਸਾਰਥਕਤਾ ਹੈ। ਰਾਜ ਤੋਂ ਬਗੈਰ ਧਰਮ ਪਾਲਣਾ ਕਠਿਨ ਹੋ ਜਾਂਦਾ ਹੈ ਅਤੇ ਧਰਮ ਤੋਂ ਬਗੈਰ ਰਾਜ ਵੀ ਨਿਰੰਕੁਸ਼ ਹੋ ਕੇ ਆਪਣਾ ਨਾਸ਼ ਖੁਦ ਆਪ ਕਰ ਲੈਂਦਾ ਹੈ। ਨਿਰੋਲ ਧਰਮ ਜਾਂ ਨਿਰੋਲ ਰਾਜ ਨਾਲ ਸੰਬੰਧਿਤ ਲੋਕ ਖੰਡਿਤ ਇੱਕ ਪਾਸੜ ਜਾਂ ਟੁਕੜਿਆਂ ਵਿੱਚ ਜਿਉਣ ਵਾਲੇ ਲੋਕ ਹਨ। ਉਹਨਾਂ ਨੂੰ ਧਰਮ ਅਤੇ ਰਾਜ ਦੀ ਸੰਯੁਕਤੀ ਪਰੇਸ਼ਾਨ ਕਰਦੀ ਹੈ। ਧਰਮ ਸਥਾਨਾਂ ਵਿੱਚ ਧਰਮ ਦਾ ਅਤੇ ਸਰਕਾਰੇ ਦਰਬਾਰੇ ਸਰਕਾਰ ਦਾ ਪੱਖ ਪੂਰਨ ਵਾਲੇ ਲੋਕਾਂ ਨੂੰ ਗੁਰੂ ਸਾਹਿਬ ਦੀ ਸੰਪੂਰਨ ਸੰਯੁਕਤ ਅਤੇ ਸਹਿਜ ਦ੍ਰਿਸ਼ਟੀ ਰਾਸ ਨਹੀਂ ਆਉਂਦੀ। ਗੁਰੂ ਸਾਹਿਬ ਸਿਰਫ ਵਿਕਲਪਕ ਰਾਜ ਦੇ ਨਹੀਂ, ਵਿਕਲਪਿਕ ਜੀਵਨ ਦ੍ਰਿਸ਼ਟੀ ਦੇ ਮੁੱਦਈ ਹਨ। ਇਸ ਦ੍ਰਿਸ਼ਟੀ ਦੇ ਧਾਰਨੀ ਨੂੰ ਥਾਂ ਪਰ ਥਾਂ ਮੁਖੌਟੇ ਬਦਲਣ ਦੀ ਲੋੜ ਨਹੀਂ ਪੈਂਦੀ। ਸ਼ਾਹਜਹਾਂ ਦੇ ਜ਼ਮਾਨੇ ਅੰਦਰ ਗੁਰੂ ਸਾਹਿਬ ਨੂੰ ਮੁਗਲ ਹਕੂਮਤ ਦੇ ਸਥਾਨਕ ਫੌਜਦਾਰਾਂ ਦੇ ਵਿਰੁੱਧ 4 ਜੰਗਾਂ ਲੜਨੀਆਂ ਪਈਆਂ। ਇਹਨਾਂ 4 ਜੰਗਾਂ ਅੰਦਰ ਦੁਸ਼ਮਣ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਹਨਾਂ ਲੜਾਈਆਂ ਦੇ ਤਤਕਾਲੀ ਕਾਰਨ ਬਹੁਤੀ ਅਹਿਮੀਅਤ ਨਹੀਂ ਸੀ ਰੱਖਦੇ। ਸਾਧਾਰਨ ਦੁਨਿਆਵੀ ਦ੍ਰਿਸ਼ਟੀ ਤੋਂ ਦੇਖਿਆ ਇਹਨਾਂ ਵਿੱਚੋਂ ਬਹੁਤੇ ਕਾਰਨ ਤੁੱਛ ਲੱਗ ਸਕਦੇ ਹਨ। ਮਿਸਾਲ ਵਜੋਂ ਗੁਰੂ ਸਾਹਿਬ ਦੇ ਸਿੱਖਾਂ ਵੱਲੋਂ ਲਾਹੌਰ ਦੇ ਨੇੜੇ ਜੰਗਲਾਂ ਵਿੱਚ ਸ਼ਾਹੀ ਬਾਜ ਗਿਰਾ ਲੈਣਾ ਅਤੇ ਫਿਰ ਇਸ ਨੂੰ ਮੋੜਨ ਤੋਂ ਇਨਕਾਰ ਕਰ ਦੇਣਾ ਸੰਸਾਰਕ ਦ੍ਰਿਸ਼ਟੀ ਦੇ ਹਿਸਾਬ ਨਾਲ ਬੇਲੋੜੀ ਲੜਾਈ ਮੁੱਲ ਲੈਣ ਵਾਲੀ ਗੱਲ ਸੀ, ਪਰ ਲੜਾਈ ਦਾ ਅਸਲੀ ਕਾਰਨ ਬਾਜ ਨਹੀਂ ਸੀ। ਗੁਰਬਿਲਾਸ ਅਨੁਸਾਰ ਇਸ ਘਟਨਾ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਸੀ, ਤਿੰਨ ਕੋ ਬਾਜ ਨਹੀਂ ਮੈਂ ਦੇਣਾ, ਤਾਜ ਬਾਜ ਤਿੰਨ ਤੇ ਸਭ ਲੈਣਾ, ਦੇਸ ਰਾਜ में ਤਿੰਨ का लेहूं, गरीब अनाथन को सब देहूं। ਸਪਸ਼ਟ ਹੈ ਕਿ ਮਸਲਾ ਬਾਜ ਦਾ ਨਹੀਂ, ਤਾਜ ਅਥਵਾ ਰਾਜ ਦਾ ਸੀ। ਰਾਜ ਨੂੰ ਸਿੱਖਦਾਰਾਂ ਦੇ ਹੱਥੋਂ ਖੋਹ ਕੇ ਗਰੀਬ ਅਨਾਥਨ ਨੂੰ ਸੌਂਪਣ ਦਾ ਸੀ। ਗੁਰੂ ਜੀ ਵੱਲੋਂ ਸੰਤ ਸਮਰੱਥ ਰਾਮਦਾਸ ਨੂੰ ਦਿੱਤੇ ਗਏ ਜਵਾਬ 'ਚੋਂ ਵੀ ਇਹ ਮਨੋਰਥ ਸਾਫ਼ ਪ੍ਰਗਟ ਹੁੰਦਾ ਹੈ ਕਿ ਹਥਿਆਰ ਉਠਾਉਣ ਦਾ ਮਨੋਰਥ ਮਜ਼ਲੂਮਾਂ ਦੀ ਰੱਖਿਆ ਕਰਨਾ ਅਤੇ ਜਰਬਾਣਿਆਂ ਦਾ ਨਾਸ਼ ਕਰਨਾ ਹੈ। ਇਸ ਮਹਾਨ ਆਦਰਸ਼ ਦੀ ਸਾਂਝ ਦੀਆਂ ਤੰਦਾਂ ਨੇ ਸਿੱਖਾਂ ਨੂੰ ਇੱਕ ਗੁੰਦਵੇਂ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਕਰ ਦਿੱਤਾ ਸੀ ਅਤੇ ਇਸ ਮਹਾਨ ਸਾਂਝੇ ਆਦਰਸ਼ ਲਈ ਲੜੀਆਂ ਗਈਆਂ ਜੰਗਾਂ ਨੇ ਉਹਨਾਂ ਦੀ ਏਕਤਾ ਤੇ ਇਰਾਦਿਆਂ ਨੂੰ ਫੌਲਾਦੀ ਪਾਣ ਚਾੜ ਦਿੱਤੀ। ਉਹਨਾਂ ਨੂੰ ਇੱਕ ਖਾਸੋ ਖਾਸ ਸੱਚੇ ਵਿੱਚ ਢਾਲ ਦਿੱਤਾ। ਸਾਂਝੀਆਂ ਜੱਦੋ-ਜਹਿਦਾਂ, ਸਾਂਝੀਆਂ ਪੀੜਾਂ ਅਤੇ ਸਾਂਝੀਆਂ ਜਿੱਤਾਂ ਨੇ ਸਿੱਖਾਂ ਵਿਚਕਾਰ ਭਾਵਨਾਤਮਕ ਸਾਂਝ ਨੂੰ ਅਜਿਹੀਆਂ ਗੰਢਾਂ ਦੇ ਦਿੱਤੀਆਂ ਕਿ ਉਹ ਆਪਸ ਵਿੱਚ ਗੂੜੀ ਤਰ੍ਹਾਂ ਇੱਕਮਿਕ ਹੋ ਗਏ। ਇਸ ਦੇ ਨਾਲ ਹੀ ਸਿੱਖਾਂ ਵੱਲੋਂ ਧਰਮ ਦੀ ਰਾਖੀ ਲਈ ਸਾਂਝੇ ਰੂਪ ਵਿੱਚ ਜਾਨਾਂ ਵਾਰਨ ਦਾ ਅਰੁੱਖ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸਾਂਝੇ ਕਾਜ ਲਈ ਸਾਂਝੇ ਰੂਪ ਵਿੱਚ ਲਹੂ ਵਹਾਉਣ ਦੇ ਅਮਲ ਨਾਲ ਸਿੱਖਾਂ ਦੀਆਂ ਅੰਤਰੀਵ ਭਾਵਨਾਵਾਂ ਇੱਕ ਹੋ ਗਈਆਂ। ਇਸ ਤਰ੍ਹਾਂ ਸਿੱਖ ਪੰਥ ਦੀ ਨਿਵੇਕਲੀ ਹਸਤੀ ਨਿਰੰਤਰ ਵਿਕਸਿਤ ਹੁੰਦੀ ਚਲੀ ਗਈ। 7ਵੇਂ 8ਵੇਂ ਤੇ 9ਵੇਂ ਗੁਰਾਂ ਦੀ ਰਹਿਨੁਮਾਈ ਹੇਠ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਸਿਲਸਿਲਾ ਨਿਰਧਾਰਿਤ ਦਿਸ਼ਾ ਵਿੱਚ ਅੱਗੇ ਵੱਧਦਾ ਰਿਹਾ। ਦੋਖੀ ਤਾਕਤਾਂ ਵੱਲੋਂ ਇਸ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਨ ਦੇ ਯਤਨ ਵੀ ਬਰਾਬਰ ਹੁੰਦੇ ਰਹੇ, ਪਰ ਜਦੋਂ ਤੱਕ ਮੁਗਲ ਬਾਦਸ਼ਾਹਤ ਨੇ ਤੀਸਰੇ ਪੰਥ ਦੇ ਖਿਲਾਫ ਕੋਈ ਵੱਡੀ ਤੇ ਸਿੱਧੀ ਕਾਰਵਾਈ ਕਰਨ ਤੋਂ ਸੰਕੋਚ ਕਰੀ ਰੱਖਿਆ, ਉਹਨਾਂ ਚਿਰ ਗੁਰੂ ਦੋਖੀਆਂ ਦੀ ਕੋਈ ਵੀ ਸਾਜ਼ਿਸ਼ ਜ਼ਿਆਦਾ ਅਸਰ ਨਾ ਦਿਖਾ ਸਕੀ। ਧਾਰਮਿਕ ਤੰਗ ਨਜ਼ਰੀ ਤੇ ਕੱਟੜਪੁਣੇ ਦੀ ਪਹੁੰਚ ਅਧੀਨ ਔਰੰਗਜ਼ੇਬ ਵੱਲੋਂ ਹਿੰਦੂ ਧਰਮ ਦੇ ਪੈਰੋਕਾਰਾਂ ਖਿਲਾਫ ਚੁੱਕੇ ਗਏ ਦਮਨਕਾਰੀ ਕਦਮਾਂ ਨੇ ਧਰਮ ਦੀ ਆਜ਼ਾਦੀ ਦਾ ਵੱਡਾ ਮਸਲਾ ਖੜਾ ਕਰ ਦਿੱਤਾ ਸੀ।
ਭਾਵੇਂ ਕਿ ਬਾਦਸ਼ਾਹ ਨੇ ਸਿੱਖ ਧਰਮ ਦੇ ਖਿਲਾਫ ਅਜੇ ਕੋਈ ਸਿੱਧਾ ਹਮਲਾ ਨਹੀਂ ਸੀ ਕੀਤਾ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਆਜ਼ਾਦੀ ਦੇ ਵੱਡੇ ਸਰੋਕਾਰ ਨੂੰ ਮੁੱਖ ਰੱਖਦੇ ਹੋਏ ਬਾਦਸ਼ਾਹ ਨੂੰ ਚੁਣੌਤੀ ਦੇਣ ਦਾ ਫੈਸਲਾ ਕਰ ਲਿਆ ਸੀ। ਕਸ਼ਮੀਰੀ ਪੰਡਤਾਂ ਦੀ ਫਰਿਆਦ ਨੇ ਇਹ ਮੌਕਾ ਸਿਰਜ ਦਿੱਤਾ। ਬਾਦਸ਼ਾਹ ਦੀ ਕੱਟੜ ਜ਼ਹਿਨੀਅਤ ਕੋਲੋਂ ਗੁਰੂ ਸਾਹਿਬ ਦੀ ਇਹ ਚੁਣੌਤੀ ਸਹਿਣ ਨਾ ਹੋਈ। ਸਿੱਟੇ ਵਜੋਂ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਕੁਝ ਅਤ ਪਿਆਰੇ ਸਿੱਖਾਂ ਸਮੇਤ ਸ਼ਹੀਦ ਕਰ ਦਿੱਤਾ। ਇਸ ਦੇ ਨਾਲ ਹੀ ਸਿੱਖ ਪੰਥ ਦਾ ਮੁਗਲ ਸੱਤਾ ਨਾਲ ਵਿਰੋਧ ਤਿੱਖੀ ਸ਼ਕਲ ਅਖਤਿਆਰ ਕਰ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਦ੍ਰਿਸ਼ਟੀਕੋਣ ਤੋਂ ਅਤੇ ਜਾਂ ਇਸ ਦ੍ਰਿਸ਼ਟੀਕੋਣ ਦੇ ਅਸਰ ਹੇਠ ਲਿਖੇ ਗਏ ਇਤਿਹਾਸ ਅੰਦਰ ਗੁਰੂ ਸਾਹਿਬ ਦੇ ਸਰੋਕਾਰਾਂ ਨੂੰ ਮੁਗਲ ਹਕੂਮਤ ਦੇ ਜ਼ਬਰ ਨੂੰ ਠੱਲ ਪਾਉਣ ਦੇ ਮੰਤਵ ਤੱਕ ਸੀਮਤ ਕਰਕੇ ਪੇਸ਼ ਕੀਤਾ ਗਿਆ ਹੈ। ਦਸਮ ਪਾਤਸ਼ਾਹ ਦਾ ਮਨੋਰਥ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਮਿਸ਼ਨ ਨੂੰ ਜਾਰੀ ਰੱਖਣਾ ਸੀ। ਇਸ ਮਿਸ਼ਨ ਦੀ ਵਿਰੋਧਤਾ ਦੋਨੋਂ ਪਾਸਿਆਂ ਤੋਂ ਮੁਗਲ ਹਕੂਮਤ ਵੱਲੋਂ ਵੀ ਅਤੇ ਜਾਤ ਅਭਿਮਾਨੀ ਹਿੰਦੂ ਵਰਗਾਂ ਵੱਲੋਂ ਵੀ ਬਰਾਬਰ ਮਾਤਰਾ ਵਿੱਚ ਹੁੰਦੀ ਆ ਰਹੀ ਸੀ। ਇਸ ਕਰਕੇ ਸਿੱਖ ਲਹਿਰ ਨੂੰ ਅੱਗੇ ਵਧਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਇਹਨਾਂ ਦੋਨੋਂ ਕਿਸਮ ਦੀਆਂ ਵਿਰੋਧੀ ਸ਼ਕਤੀਆਂ ਨਾਲ ਟੱਕਰ ਲੈਣ ਦੇ ਯੋਗ ਬਣਾਉਣਾ ਜ਼ਰੂਰੀ ਸਮਝਿਆ। ਇਸ ਮਨੋਰਥ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਵਿਚਾਰਧਾਰਕ, ਮਨੋਵਿਗਿਆਨਕ, ਜਥੇਬੰਦਕ ਤੇ ਸੈਨਿਕ ਪੱਧਰ ਤੇ ਢੁਕਵੇਂ ਕਦਮ ਚੁੱਕੇ। ਖਾਲਸੇ ਦੀ ਸਾਜਣਾ। ਪੰਜਵੇਂ ਅਤੇ ਨੌਵੇਂ ਗੁਰਾਂ ਦੀਆਂ ਸ਼ਹਾਦਤਾਂ ਨੇ ਸਿੱਖਾਂ ਅੰਦਰ ਆਪਣੇ ਬੁਨਿਆਦੀ ਵਿਸ਼ਵਾਸਾਂ ਅਤੇ ਅਕੀਦਿਆਂ ਦੀ ਰਾਖੀ ਕਰਨ ਦੀ ਚੇਤਨਾ ਤੇ ਸਪਿਰਿਟ ਪੈਦਾ ਕਰ ਦਿੱਤੀ। ਹਰ ਕਿਸਮ ਦੀਆਂ ਔਕੜਾਂ ਤੇ ਮੁਸ਼ਕਲਾਂ ਦੇ ਸਨਮੁਖ ਆਪਣੇ ਵਿਸ਼ਵਾਸਾਂ ਉੱਤੇ ਅਡੋਲ ਰਹਿਣਾ ਅਤੇ ਆਪਣੀ ਨਿਆਰੀ ਹਸਤੀ ਦੀ ਰੱਖਿਆ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਾ ਹਟਣਾ ਸਿੱਖਾਂ ਦਾ ਸਹਿਜ ਗੁਣ ਹੋ ਨਿਬੜਿਆ। ਸਿੱਖਾਂ ਦਾ ਇਹ ਵਿਸ਼ੇਸ਼ ਚਰਿੱਤਰ ਉਹਨਾਂ ਦੀ ਖਾਸ ਪਹਿਚਾਣ ਬਣ ਗਿਆ। ਜਾਤ ਪਾਤ, ਬੁੱਤ ਪ੍ਰਸਤੀ, ਕਰਮਕਾਂਡ, ਸਨਾਤਨਵਾਦ, ਪਰੋਹਤਪਣ, ਉਨਮਾਦ ਅਤੇ ਤਵੱਸਬ ਆਦਿ ਗੱਲਾਂ ਨੂੰ ਲੈ ਕੇ ਸਿੱਖਾਂ ਦਾ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਪਹਿਲਾਂ ਹੀ ਨਿਖੇੜਾ ਹੋ ਚੁੱਕਾ ਸੀ। ਪਰ ਹੁਣ ਸਿੱਖਾਂ ਦੀਆਂ ਹੋਰ ਵਧੇਰੇ ਗੂੜ੍ਹੀਆਂ ਨਿਸ਼ਾਨੀਆਂ ਪ੍ਰਗਟ ਕਰਨ ਅਤੇ ਉਹਨਾਂ ਦੀ ਉਗੜਵੇਂ ਰੂਪ ਵਿੱਚ ਵੱਖਰੀ ਪਛਾਣ ਸਥਾਪਿਤ ਕਰਨ ਦਾ ਸਮਾਂ ਆ ਗਿਆ ਸੀ। 17ਵੀਂ ਸਦੀ ਦੇ ਆਖਰੀ ਸਾਲ ਵਿੱਚ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖ ਪੰਥ ਦੇ ਨਿਆਰੇਪਣ ਉੱਤੇ ਆਖਰੀ ਮੋਹਰ ਲਾ ਦਿੱਤੀ। ਅਨੰਦਪੁਰ ਦੀ ਧਰਤੀ ਉੱਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਗੁਰੂ ਸਾਹਿਬ ਜੀ ਨੇ ਸੀਸ ਭੇਟ ਕਰਨ ਲਈ ਅੱਗੇ ਆਏ ਆਪਣੇ ਪਿਆਰੇ 5 ਸਿੱਖਾਂ ਨੂੰ ਆਪਣੇ ਹੱਥੀਂ ਤਿਆਰ ਕੀਤਾ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਵਾਇਆ। ਅੰਮ੍ਰਿਤਪਾਨ ਕਰਨ ਤੋਂ ਪਹਿਲਾਂ ਇਹਨਾਂ 5 ਸ਼ਰੀਰਾਂ ਉੱਤੇ ਹਿੰਦੂ ਸਮਾਜ ਦੀਆਂ 5 ਅਲੱਗ-ਅਲੱਗ ਜਾਤਾਂ ਦੇ ਠੱਪੇ ਲੱਗੇ ਹੋਏ ਸਨ। ਗੁਰੂ ਜੀ ਦੇ ਹੱਥੋਂ ਇੱਕੋ ਸਾਂਝੇ ਬਾਟੇ ਵਿੱਚੋਂ ਅੰਮ੍ਰਿਤਪਾਨ ਕਰਨ ਨਾਲ ਉਹਨਾਂ ਉੱਤੋਂ ਜਾਤ ਵਰਨ ਦਾ ਠੱਪਾ ਲੱਥ ਗਿਆ ਅਤੇ ਉਹ ਜਾਤ ਪਾਤ ਤੋਂ ਪੂਰੀ ਤਰ੍ਹਾਂ ਮੁਕਤ ਖਾਲਸਾ ਬਰਾਦਰੀ ਦਾ ਅੰਗ ਬਣ ਗਏ। ਉਹਨਾਂ ਦੀ ਪੁਰਾਣੀ ਹਿੰਦੂ ਪਛਾਣ ਖਤਮ ਹੋ ਗਈ। ਉਹਨਾਂ ਦੇ ਪੁਰਾਣੇ ਹਿੰਦੂ ਨਾਂਅ ਬਦਲ ਦਿੱਤੇ ਗਏ। ਸਾਰਿਆਂ ਦੇ ਨਾਵਾਂ ਪਿੱਛੇ ਇੱਕੋ ਸਾਂਝਾ ਪਛੇਤਰ ਸਿੰਘ ਲਾ ਦਿੱਤਾ ਗਿਆ। ਹੁਣ ਉਹ ਸਾਰੇ ਇੱਕੋ ਸਾਂਝੇ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਇੱਕੋ ਸਾਂਝੀ ਮਾਤਾ ਸਾਹਿਬ ਦੇਵਾ ਦੇ ਨਾਦੀ ਪੁੱਤਰ ਬਣ ਗਏ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਹਨਾਂ 5 ਪਿਆਰਿਆਂ ਹੱਥੋਂ ਠੀਕ ਉਸੇ ਹੀ ਤਰੀਕੇ ਨਾਲ ਆਪ ਅੰਮ੍ਰਿਤ ਛਕਿਆ ਜਿਵੇਂ ਪਹਿਲਾਂ ਉਹਨਾਂ ਨੂੰ ਛਕਾਇਆ ਸੀ। ਉਸੇ ਹੀ ਤਰ੍ਹਾਂ ਗੁਰੂ ਸਾਹਿਬ ਨੇ 5 ਪਿਆਰਿਆਂ ਅੱਗੇ ਸਤਿਕਾਰ ਨਾਲ ਸੀਸ ਨਿਵਾਇਆ। ਇਸ ਤਰ੍ਹਾਂ ਗੁਰੂ ਜੀ ਆਪਣੇ ਖਾਲਸੇ ਨਾਲ ਇੱਕਮਿਕ ਹੋ ਗਏ। ਫਿਰ ਹਾਜ਼ਰ ਸੰਗਤ ਦੇ ਅੰਮ੍ਰਿਤ ਛਕਣ ਦੀ ਵਾਰੀ ਆਈ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਦਿਨ 20,000 ਦੇ ਕਰੀਬ ਸਿੱਖ ਗੁਰੂ ਜੀ ਹੱਥੋਂ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਏ। ਗੁਰੂ ਜੀ ਨੇ ਖਾਲਸੇ ਨੂੰ 5 ਕਕਾਰ, ਕੇਸ, ਕੰਗਾ, ਕੜਾ, ਕਸ਼ਹਿਰਾ ਤੇ ਕਿਰਪਾਨ ਪਹਿਨਣ ਦੀ ਪੱਕੀ ਹਦਾਇਤ ਕਰ ਦਿੱਤੀ। ਇਹ 5 ਕਕਾਰ ਖਾਲਸੇ ਨੂੰ ਗੁਰੂ ਵੱਲੋਂ ਬਖਸ਼ੀਆਂ ਪੱਕੀਆਂ ਨਿਸ਼ਾਨੀਆਂ ਗੁਰੂ ਦੀ ਮੋਹਰ ਬਣ ਗਈਆਂ। ਇਸ ਨਾਲ ਜਿੱਥੇ ਸਿੱਖਾਂ ਦਾ ਹੋਰਨਾਂ ਲੋਕਾਂ ਨਾਲੋਂ ਨਿਖੇੜਾ ਪ੍ਰਤੱਖ ਹੋ ਗਿਆ ਅਤੇ ਉਹਨਾਂ ਦੀ ਆਪਣੀ ਇੱਕ ਨਿਆਰੀ ਤੇ ਨਿਖੜਵੀਂ ਸ਼ਖਸੀਅਤ ਉੱਭਰ ਆਈ, ਉੱਥੇ ਨਾਲ ਹੀ ਉਹਨਾਂ ਦੀ ਗੁਰੂ ਨਾਲ ਸਦੀਵੀ ਨੇੜਤਾ ਤੇ ਸਾਂਝ ਪੈਦਾ ਹੋ ਗਈ। ਗੁਰੂ ਦੀ ਇਸ ਮੋਹਰ ਨੇ ਸਿੱਖਾਂ ਦੇ ਮਨਾਂ ਦੇ ਵਿਧਾਨ ਹੀ ਬਦਲ ਦਿੱਤੇ। ਗੁਰੂ ਦੀਆਂ ਇਹ ਯਾਦ ਨਿਸ਼ਾਨੀਆਂ ਖਾਲਸੇ ਅੰਦਰ ਆਪਣੇ ਉਚੇਰੇ ਆਦਰਸ਼ਾਂ ਲਈ ਜੂਝਣ ਦਾ ਨਿਰੰਤਰ ਚਾਉ ਅਤੇ ਫਤਿਹਯਾਬ ਹੋਣ ਦਾ ਅਡੋਲ ਯਕੀਨ ਪੈਦਾ ਕਰਦੀਆਂ ਰਹੀਆਂ। ਗੁਰੂ ਸਾਹਿਬ ਨੇ ਅੰਮ੍ਰਿਤਪਾਨ ਕਰਨ ਦੇ ਅਭਿਲਾਸ਼ੀਆਂ ਉੱਤੇ ਪੂਰਬਲੇ ਬੰਧਨਾਂ, ਪੁਰਾਣੇ ਧਰਮਾਂ, ਪਹਿਲੇ ਕਰਮਾਂ, ਪੁਰਾਣੀਆਂ ਰਹੋ ਰੀਤਾਂ, ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਅਤੇ ਜਾਤ, ਕਬੀਲਾ ਤੇ ਨਸਲ ਆਦਿ ਦਾ ਤਿਆਗ ਕਰਨ ਦੀ ਜ਼ਰੂਰੀ ਸ਼ਰਤ ਲਾ ਦਿੱਤੀ ਸੀ।
ਦੂਸਰੇ ਧਾਰਮਿਕ ਵਰਗਾਂ ਨਾਲੋਂ ਖਾਲਸਾ ਦਾ ਨਿਖੇੜਾ ਕਰਨ ਅਰਥਾਤ ਉਸ ਦਾ ਨਿਆਰਾਪਣ ਯਕੀਨੀ ਬਣਾਉਣ ਲਈ ਇਹ ਕਦਮ ਬੇਹੱਦ ਜ਼ਰੂਰੀ ਸੀ। ਜਾਤ-ਪਾਤੀ ਸਮਾਜ ਨਾਲੋਂ ਖਾਲਸੇ ਦਾ ਮੁਕੰਮਲ ਤੋੜ ਵਿਛੋੜਾ ਕਰਨ ਲਈ ਇਹ ਇਨਕਲਾਬੀ ਕਦਮ ਉਚੇਚੀ ਅਹਿਮੀਅਤ ਰੱਖਦਾ ਸੀ। ਇਸ ਤਰ੍ਹਾਂ ਜੋ ਖਾਲਸਾ ਸੱਜ ਜਾਂਦਾ ਸੀ ਉਹ ਨਵਾਂ ਜਨਮ ਲੈ ਲੈਂਦਾ ਸੀ। ਗੁਰੂ ਸਾਹਿਬ ਵੱਲੋਂ ਹਿੰਦੂ ਸਮਾਜ ਅੰਦਰ ਪ੍ਰਚਲਿਤ ਭਦਨ ਦੀ ਰਸਮ ਬੰਦ ਕਰ ਦੇਣ ਅਤੇ ਸਿੱਖਾਂ ਲਈ ਕੇਸ ਕੱਟਣ ਦੀ ਪੂਰਨ ਮਨਾਹੀ ਕਰ ਦੇਣ ਨਾਲ ਹਿੰਦੂ ਸਮਾਜ ਨਾਲੋਂ ਸਿੱਖਾਂ ਦੇ ਵਖਰੇਵੇਂ ਦੀ ਇੱਕ ਹੋਰ ਗੂੜੀ ਲੀਕ ਵਾਹੀ ਗਈ। ਚਰਨ ਪਹਲ ਦੀ ਪ੍ਰਚਲਿਤ ਰੀਤ ਨੂੰ ਬੰਦ ਕਰਕੇ ਖੰਡੇ ਦੀ ਪਹਲ ਦੀ ਨਵੀਂ ਪਰੰਪਰਾ ਚਲਾਉਣਾ ਅਤੇ ਇੱਕ ਦੂਜੇ ਦੇ ਪੈਰ ਛੋਹਣ ਦੀ ਥਾਵੇਂ ਸਾਹਮਣਿਓਂ ਹੱਥ ਜੋੜ ਕੇ ਫਤਿਹ ਬੁਲਾਉਣ ਦਾ ਨਵਾਂ ਰਿਵਾਜ ਸ਼ੁਰੂ ਕਰਨਾ ਗੁਰੂ ਸਾਹਿਬ ਜੀ ਦੀ ਨਵੀਨ ਤਾਕਾਰੀ ਦੇ ਆਹਲਾ ਨਮੂਨੇ ਸਨ। ਮਨੋਰਥ ਸਿੱਖਾਂ ਅੰਦਰ ਸਵੈ ਮਾਣ ਦੀ ਭਾਵਨਾ ਪ੍ਰਚੰਡ ਕਰਨਾ ਸੀ। ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਨਿਵੇਕਲਾ ਕੇਸਰੀ ਨਿਸ਼ਾਨ ਮੁਹੱਈਆ ਕੀਤਾ ਅਤੇ ਪੰਥ ਅੰਦਰ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਨਵਾਂ ਜੈਕਾਰਾ ਚਾਲੂ ਕੀਤਾ। ਇਹ ਸਾਰੀਆਂ ਵਿਸ਼ੇਸ਼ਤਾਵਾਂ ਖਾਲਸੇ ਦੀ ਏਕਤਾ ਦੀਆਂ ਪ੍ਰਤੀਕ ਵੀ ਸਨ ਅਤੇ ਉਸ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਵਾਲੀਆਂ ਬਲਵਾਨ ਸ਼ਕਤੀਆਂ ਵੀ ਸਨ। ਇਹਨਾਂ ਨੇ ਸਿੱਖ ਭਾਈਚਾਰੇ ਨੂੰ ਨਵਾਂ ਰੂਪ ਅਤੇ ਖਾਸਾ ਪ੍ਰਦਾਨ ਕਰ ਦਿੱਤਾ। ਖਾਲਸੇ ਅੰਦਰ ਵਰਨ, ਜਾਤ, ਧਰਮ, ਕਰਮ ਅਤੇ ਕੁਲ ਆਦਿ ਦੇ ਭੇਦ ਵਖਰੇਵੇਂ ਪੂਰੀ ਤਰ੍ਹਾਂ ਮਿਟ ਗਏ। ਸਾਰੇ ਆਪਸ ਵਿੱਚ ਗੁਰ ਭਾਈ ਬਣ ਗਏ। ਕੋਈ ਉੱਚਾ ਨਾ ਰਿਹਾ, ਕੋਈ ਨੀਵਾਂ ਨਾ ਰਿਹਾ, ਸਾਰੇ ਬਰਾਬਰ ਹੋ ਗਏ। ਕੋਈ ਕਬੀਰ ਪੰਥੀ ਜਾਂ ਰਵਿਦਾਸੀਆ ਨਹੀਂ ਸੀ, ਕੋਈ ਮਝੈਲ, ਦੁਆਬੀਆ ਜਾਂ ਮਲਵਈ ਨਹੀਂ ਸੀ, ਸਾਰੇ ਆਨੰਦਪੁਰ ਦੇ ਵਾਸੀ ਸਨ। ਖਾਲਸਾ ਜੀ ਦੀਆਂ ਸਫਾਂ ਅੰਦਰ ਜਾਤ ਜਾਂ ਕੁੱਲ ਦੇ ਅਭਿਮਾਨ ਲਈ ਕੋਈ ਜਗ੍ਹਾ ਨਹੀਂ ਸੀ, ਯਾਨੀ ਕਿ ਹਿੰਦੂਪਣ ਦੀਆਂ ਸਾਰੀਆਂ ਪ੍ਰਮੁੱਖ ਨਿਸ਼ਾਨੀਆਂ ਮਲੀਆ ਮੇਟ ਕਰ ਦਿੱਤੀਆਂ ਗਈਆਂ ਸਨ। ਰੂੜੀਵਾਦ ਦੇ ਗੜ੍ਹ ਅੰਦਰ ਇੱਕ ਸੁਤੰਤਰ ਮਿਜਾਜ਼ ਅਤੇ ਬਰਾਬਰੀ ਵਾਲੇ ਸਮਾਜ ਦੇ ਸਰੂਪ ਧਾਰਨ ਕਰ ਲੈਣ ਨਾਲ ਵਿਰੋਧੀ ਤਾਕਤਾਂ ਅੰਦਰ ਤਿੱਖਾ ਪ੍ਰਤੀਕਰਮ ਪੈਦਾ ਹੋ ਤੁਰਿਆ। ਪਹਾੜੀ ਖੇਤਰ ਦਾ ਕੁਲੀਨ ਵਰਗ ਖਾਸ ਤੌਰ ਤੇ ਹੀ ਜ਼ਿਆਦਾ ਤੰਗ-ਦਿਲ ਤੇ ਕੱਟੜਮੁਖੀ ਸੀ। ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਆਨੰਦਪੁਰ ਉੱਤੇ ਉੱਪਰੋਂ ਥੱਲੀ ਕਈ ਧਾਵੇ ਬੋਲੇ। ਸਭ ਨਾਲੋਂ ਭਿਆਨਕ ਹਮਲਾ 1705 ਈਸਵੀ ਵਿੱਚ ਕੀਤਾ ਗਿਆ, ਜਦੋਂ ਲਾਹੌਰ ਤੇ ਸਰਹਿੰਦ ਤੋਂ ਉਚੇਚੀਆਂ ਬਹੁੜੀਆਂ ਮੁਗਲ ਫੌਜਾਂ ਨੇ ਪਹਾੜੀਆਂ ਦਾ ਡਟਵਾਂ ਸਾਥ ਦਿੱਤਾ। ਖਾਲਸੇ ਦੀ ਸਿਰਜਣਾ ਨਾਲ ਸਿੱਖ ਪੰਥ ਅੰਦਰ ਚਾਉ ਅਤੇ ਉਤਸ਼ਾਹ ਦੀ ਤਰੰਗ ਪੈਦਾ ਹੋ ਗਈ। ਆਨੰਦਪੁਰ ਵਿਖੇ ਜਸ਼ਨਾਂ ਦਾ ਮਾਹੌਲ ਪੈਦਾ ਹੋ ਗਿਆ। ਇਸ ਦੀ ਤੁਲਨਾ ਵਿੱਚ ਪਹਾੜੀ ਰਾਜਿਆਂ ਦੇ ਹਿਰਦਿਆਂ ਅੰਦਰ ਹਸਦ ਤੇ ਈਰਖਾ ਦੀ ਅੱਗ ਦੇ ਲਾਂਬੂ ਬਲ ਉੱਠੇ। ਉਹਨਾਂ ਨੇ ਇਕੱਠੇ ਹੋ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਸਾਂਝੀ ਦਰਖਾਸਤ ਭੇਜੀ, ਜਿਸ ਵਿੱਚ ਉਹਨਾਂ ਖਾਲਸਾ ਪੰਥ ਦੀ ਸਥਾਪਨਾ ਵਿਰੁੱਧ ਆਪਣੇ ਮਨ ਦੀ ਭੜਾਸ ਇਸ ਤਰ੍ਹਾਂ ਕੱਢੀ। ਗੁਰੂ ਨੇ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਤੋਂ ਹੀ ਵੱਖਰਾ ਪੰਥ ਸਥਾਪਿਤ ਕਰ ਲਿਆ ਹੈ, ਜਿਸ ਨੂੰ ਉਸਨੇ ਖਾਲਸੇ ਦੀ ਉਪਾਧੀ ਦਿੱਤੀ ਹੈ। ਉਸਨੇ ਚਾਰੇ ਵਰਣਾਂ ਨੂੰ ਇੱਕੋ ਜਗ੍ਹਾ ਇਕੱਠੇ ਕਰ ਦਿੱਤਾ ਹੈ ਤੇ ਆਪਣੇ ਬਹੁਤ ਸਾਰੇ ਚੇਲੇ ਚਾਟੜੇ ਇਕੱਠੇ ਕਰ ਲਏ ਹਨ। ਉਸਨੇ ਸਾਨੂੰ ਇਹ ਤਜਵੀਜ਼ ਭੇਜੀ ਸੀ ਕਿ ਜੇਕਰ ਅਸੀਂ ਬਾਦਸ਼ਾਹ ਦੇ ਖਿਲਾਫ ਬਗਾਵਤ ਕਰ ਦਈਏ ਤਾਂ ਉਹ ਸਾਡੀ ਪੂਰੀ ਤਾਕਤ ਨਾਲ ਮਦਦ ਕਰੇਗਾ। ਅਸੀਂ ਇਕੱਲੇ ਉਸ ਨੂੰ ਡੱਕ ਨਹੀਂ ਸਕਦੇ, ਇਸ ਕਰਕੇ ਅਸੀਂ ਉਸ ਕੋਲੋਂ ਇਸ ਨਿਆਂਈ ਹਕੂਮਤ ਦੀ ਰੱਖਿਆ ਕਰਨ ਲਈ ਤੁਹਾਡੇ ਅੱਗੇ ਜੌਦੜੀ ਕਰ ਰਹੇ ਹਾਂ। ਜੇਕਰ ਹਕੂਮਤ ਸਾਨੂੰ ਆਪਣੀ ਰਈਅਤ ਸਮਝਦੀ ਹੈ ਤਾਂ ਅਸੀਂ ਗੁਰੂ ਨੂੰ ਆਨੰਦਪੁਰ ਤੋਂ ਭਜਾਉਣ ਲਈ ਹਕੂਮਤ ਵੱਲੋਂ ਮਦਦ ਲਈ ਪ੍ਰਾਰਥਨਾ ਕਰਦੇ ਹਾਂ। ਜੇਕਰ ਤੁਸੀਂ ਉਸ ਨੂੰ ਸਜ਼ਾ ਦੇਣ ਵਿੱਚ ਦੇਰੀ ਕਰ ਬੈਠੇ ਤਾਂ ਉਹ ਤੁਹਾਡੀ ਰਾਜਧਾਨੀ ਉੱਤੇ ਹਮਲਾ ਕਰਨ ਤੋਂ ਨਹੀਂ ਖੁੰਝੇਗਾ। ਔਰੰਗਜ਼ੇਬ ਉਸ ਵਕਤ ਦੱਖਣ ਵਿੱਚ ਸੀ ਜਦ ਉਸਨੂੰ ਪਹਾੜੀ ਰਾਜਿਆਂ ਦਾ ਮਦਦ ਲਈ ਇਹ ਤਰਲਾ ਪੱਤਰ ਮਿਲਿਆ। ਉਸਨੇ ਤੁਰਤ 2 ਮੁਗਲ ਕਮਾਂਡਰਾਂ ਪੈਂਦਾ ਖਾਨ ਤੇ ਦੀਨ ਬੇਗ ਨੂੰ ਪਹਾੜੀਆਂ ਦੀ ਮਦਦ ਤੇ ਪਹੁੰਚਣ ਦਾ ਹੁਕਮ ਜਾਰੀ ਕਰ ਦਿੱਤਾ। ਮੁਗਲ ਤੇ ਪਹਾੜੀ ਫੌਜਾਂ ਨੇ ਰਲ ਕੇ ਆਨੰਦਪੁਰ ਸਾਹਿਬ ਉੱਤੇ ਧਾਵਾ ਬੋਲ ਦਿੱਤਾ। ਜੰਗ ਵਿੱਚ ਪੈਂਦੇ ਖਾਨ ਦੀ ਮੌਤ ਹੋ ਜਾਣ ਅਤੇ ਦੀਨ ਬੇਗ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਣ ਤੋਂ ਬਾਅਦ ਪਹਾੜੀ ਫੌਜਾਂ ਦੁਮ ਦਬਾ ਕੇ ਭੱਜ ਗਈਆਂ। ਮੰਡੀ, ਕੁੱਲੂ, ਸ਼੍ਰੀਨਗਰ, ਗੜਵਾਲ ਅਤੇ ਜੰਮੂ ਆਦਿ ਦੇ ਕ੍ਰੋਧ ਵਿੱਚ ਆਏ ਹਿੰਦੂ ਰਾਜਪੂਤ ਰਾਜਿਆਂ ਨੇ ਥੋੜ੍ਹੇ ਚਿਰਾਂ ਬਾਅਦ ਹੀ ਇਕੱਠੇ ਹੋ ਕੇ ਆਨੰਦਪੁਰ ਉੱਤੇ ਇੱਕ ਵਾਰ ਫਿਰ ਹੱਲਾ ਬੋਲ ਦਿੱਤਾ, ਪਰ ਇੱਕ ਵਾਰ ਫਿਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। 1701 ਤੋਂ ਲੈ ਕੇ 1704 ਤੱਕ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਉੱਤੇ ਕਈ ਕਮੀਨੇ ਵਾਰ ਕੀਤੇ, ਪਰੰਤੂ ਹਰ ਵਾਰ ਉਹਨਾਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ। ਅਖੀਰ ਵਿੱਚ ਬਿਲਾਸਪੁਰ ਦੇ ਦਗਾਬਾਜ਼ ਰਾਮੇ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ, ਜੋ ਪਿਤਾ ਦੀ ਮੌਤ ਤੋਂ ਬਾਅਦ ਰਾਜਗੱਦੀ ਉੱਤੇ ਬੈਠਾ ਸੀ ਅਤੇ ਜੋ ਗੁਰੂ ਸਾਹਿਬ ਅਤੇ ਖਾਲਸੇ ਵਿਰੁੱਧ ਮਨ ਅੰਦਰ ਬਾਪ ਨਾਲੋਂ ਵੀ ਵੱਧ ਮੈਲ ਰੱਖਦਾ ਸੀ, ਬਾਦਸ਼ਾਹ ਕੋਲ ਦੱਖਣ ਵਿੱਚ ਜਾ ਫਰਿਆਦੀ ਹੋਇਆ।
ਉਸਨੇ ਗੁਰੂ ਸਾਹਿਬ ਦੇ ਖਿਲਾਫ ਸੱਚੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਬਾਦਸ਼ਾਹ ਨੂੰ ਗੁਰੂ ਜੀ ਵਿਰੁੱਧ ਜ਼ੋਰਾਵਰ ਫੌਜੀ ਮੁਹਿੰਮ ਵਿੱਢਣ ਲਈ ਰਜ਼ਾਮੰਦ ਕਰ ਲਿਆ। ਇਸ ਤਰ੍ਹਾਂ ਸ਼ਿਵਾਲਿਕ ਦੇ ਹਿੰਦੂ ਰਾਜਿਆਂ ਕਹਿਲੂਰ, ਕਾਂਗੜਾ, ਮੰਡੀ, ਕੁੱਲੂ, ਨਾਲਾਗੜ੍ਹ, ਚੰਬਾ, ਜੰਮੂ, ਗੜਵਾਲ, ਬਿਜੜਵਾਲ, ਦਾਰੋਲੀ, ਢਡਵਾਲ ਅਤੇ ਬੁਸ਼ਹਿਰ ਆਦਿ ਦੀ ਚੁੱਕ ਅਤੇ ਸ਼ਹਿ ਦਾ ਸਦਕਾ ਗੁਰੂ ਸਾਹਿਬ ਦੇ ਖਿਲਾਫ ਮੁਗਲ ਹਕੂਮਤ ਦੀ ਉਸ ਖੂਨੀ ਮੁਹਿੰਮ ਦਾ ਆਗਾਜ਼ ਹੋਇਆ, ਜਿਸ ਵਿੱਚ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਪੂਜਨੀਕ ਮਾਤਾ ਜੀ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਪਿਆਰੇ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਨੂੰ ਆਪ ਘੋਰ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖਾਲਸੇ ਦਾ ਸਦੀਵੀ ਗੁਰੂ ਥਾਪ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਦੈਵੀ ਉੱਚਤਾ ਨਾਲ ਇਕਸੁਰ ਹੋਏ ਖਾਲਸੇ ਪੰਥ ਨੂੰ ਵੀ ਗੁਰੂ ਦਾ ਰੁਤਬਾ ਬਖਸ਼ ਦਿੱਤਾ। ਇਸ ਕਰਮ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਵੇਈਂ ਵਿੱਚੋਂ ਪ੍ਰਗਟ ਹੋਣ ਦੇ ਨਾਲ ਸ਼ੁਰੂ ਹੋਇਆ ਦੈਵੀ ਸਫ਼ਰ ਆਪਣੇ ਇਲਾਹੀ ਸਿਖਰ ਉੱਤੇ ਪਹੁੰਚ ਗਿਆ। ਸਿਖਰ ਤੋਂ ਬਾਅਦ ਹੋਰ ਸਿਖਰ ਕੋਈ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਇਤਿਹਾਸ, ਸਥਿਤੀ ਅਤੇ ਸਮੇਂ ਅਨੁਸਾਰ ਆਪਣਾ ਪੱਧਰਾ ਵਹਿਣ ਅਖਤਿਆਰ ਕਰ ਲੈਂਦਾ ਹੈ। ਜੋਤੀ ਜੋਤ ਸਮਾਉਣ ਤੋਂ ਥੋੜ੍ਹਾ ਚਿਰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਪੰਜਾਬ ਲਈ ਰਵਾਨਾ ਕਰ ਦਿੱਤਾ ਸੀ। ਬੰਦਾ ਸਿੰਘ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉੱਤੇ ਢਾਹੇ ਜ਼ੁਲਮਾਂ ਦੀ ਸਜ਼ਾ ਦੇਣ ਦੇ ਸੀਮਤ ਜਿਹੇ ਮਨੋਰਥ ਨਾਲ ਪੰਜਾਬ ਨਹੀਂ ਸੀ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਮਿਸ਼ਨ ਨੂੰ ਅੱਗੇ ਤੋਰਨ ਲਈ ਪੰਜਾਬ ਭੇਜਿਆ ਸੀ। ਇਸ ਮਨੋਰਥ ਦੀ ਪੂਰਤੀ ਲਈ ਰਾਹ ਦੀਆਂ ਰੁਕਾਵਟਾਂ ਨੂੰ ਤਾਕਤ ਦੀ ਵਰਤੋਂ ਨਾਲ ਦੂਰ ਕਰਨਾ ਸਿੱਖ ਲਹਿਰ ਦੀ ਅਤ ਜ਼ਰੂਰੀ ਲੋੜ ਬਣ ਗਈ ਸੀ। ਇਸ ਤਰ੍ਹਾਂ ਰਾਜਸੀ ਪੱਧਰ 'ਤੇ ਮੁਗਲ ਹਾਕਮਾਂ ਅਤੇ ਸਮਾਜੀ ਪੱਧਰ 'ਤੇ ਉੱਚ ਜਾਤੀ ਹਿੰਦੂ ਵਰਗਾਂ ਦੀ ਸੱਤਾ ਨੂੰ ਤਹਿਸ ਨਹਿਸ ਕਰਕੇ ਪੰਜਾਬ ਅੰਦਰ ਖਾਲਸੇ ਦੀ ਸੁਤੰਤਰ ਸੱਤਾ ਕਾਇਮ ਕਰਨ ਦਾ ਕੌਮੀ ਕਾਰਜ ਸਿੱਖ ਲਹਿਰ ਦੇ ਫੌਰੀ ਏਜੰਡੇ 'ਤੇ ਆ ਗਿਆ ਸੀ। ਔਰੰਗਜ਼ੇਬ ਦੀ ਮੌਤ 1707 ਤੋਂ ਬਾਅਦ ਉਸ ਦੇ ਵਾਰਸਾਂ ਵਿਚਕਾਰ ਬਾਦਸ਼ਾਹਤ ਦੀ ਦਾਅਵੇਦਾਰੀ ਲਈ ਇੱਕ ਤਿੱਖਾ ਤੇ ਲੰਮਾ ਕਲੇਸ਼ ਛਿੜ ਪਿਆ ਸੀ, ਜਿਸ ਨੇ ਮੁਗਲ ਰਾਜ ਨੂੰ ਅੰਦਰੋਂ ਬੇਹੱਦ ਕਮਜ਼ੋਰ ਕਰ ਦਿੱਤਾ ਸੀ। ਉੱਧਰ ਬੰਦਾ ਸਿੰਘ ਬਹਾਦਰ ਦੇ ਪੰਜਾਬ ਵੱਲ ਰਵਾਨਾ ਹੋਣ ਦੀ ਖਬਰ ਮਿਲਦਿਆਂ ਹੀ ਖਾਲਸਾ ਪੰਥ ਅੰਦਰ ਜੋਸ਼ ਦੀ ਅਜਿਹੀ ਤਰੰਗ ਪੈਦਾ ਹੋ ਗਈ ਕਿ ਲਗਭਗ ਸਾਰੀ ਸਿੱਖ ਵਸੋਂ ਮੁਗਲ ਹਕੂਮਤ ਦੇ ਖਿਲਾਫ ਲਾਮਬੰਦ ਹੋ ਗਈ। ਦਿਨਾਂ ਵਿੱਚ ਹੀ ਪੰਜਾਬ ਦੇ ਸਮੁੱਚੇ ਪੂਰਬੀ ਖੇਤਰ ਅੰਦਰ ਬੰਦਾ ਸਿੰਘ ਬਹਾਦਰ ਦੀ ਪ੍ਰਤਿਭਾਸ਼ਾਲੀ ਅਗਵਾਈ ਹੇਠ ਮੁਗਲ ਹਾਕਮਾਂ ਵਿਰੁੱਧ ਇੱਕ ਸ਼ਕਤੀਸ਼ਾਲੀ ਜਨਤਕ ਹਥਿਆਰਬੰਦ ਲਹਿਰ ਉੱਠ ਖੜੀ ਹੋਈ। ਖਾਲਸੇ ਦੇ ਹਥਿਆਰਬੰਦ ਲਸ਼ਕਰਾਂ ਨੇ ਮਹੀਨਿਆਂ ਅੰਦਰ ਹੀ ਪੰਜਾਬ ਵਿੱਚੋਂ ਮੁਗਲ ਸੱਤਾ ਨੂੰ ਜੜ੍ਹਾਂ ਤੋਂ ਉਖਾੜ ਕੇ ਰੱਖ ਦਿੱਤਾ ਅਤੇ ਪੰਜਾਬ ਦੇ ਲਗਭਗ ਸਮੁੱਚੇ ਪੂਰਬੀ ਖਿੱਤੇ ਅੰਦਰ ਖਾਲਸੇ ਦੀ ਸੱਤਾ ਦੇ ਕੇਸਰੀ ਨਿਸ਼ਾਨ ਝੂਲਦੇ ਨਜ਼ਰ ਆਉਣ ਲੱਗ ਪਏ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਖਾਲਸੇ ਦਾ ਪਲੇਠਾ ਕੌਮੀ ਰਾਜ ਸਥਾਪਿਤ ਕਰਕੇ ਸਿੱਖ ਹਿਰਦਿਆਂ ਅੰਦਰ ਕੌਮੀ ਰੀਝਾਂ ਦੀਆਂ ਡੂੰਘੀਆਂ ਦਾਬਾਂ ਲਾ ਦਿੱਤੀਆਂ। ਪਰ ਖਾਲਸਾ ਪੰਥ ਵਿਰੁੱਧ ਦੁਸ਼ਮਣੀ ਦੇ ਭਾਵ ਲੈ ਕੇ ਚੱਲ ਰਹੇ ਮੁਸਲਿਮ ਅਤੇ ਹਿੰਦੂ ਰੂੜੀਵਾਦੀ ਵਰਗਾਂ ਨੂੰ ਖਾਲਸੇ ਦੀ ਸੱਤਾ ਅੱਖ ਦੇ ਤਿਣ ਵਾਂਗ ਰੜਕਣ ਲੱਗੀ। ਉਹਨਾਂ ਨੇ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਨੂੰ ਹੱਲਾਸ਼ੇਰੀ ਦੇ ਕੇ ਬੰਦਾ ਸਿੰਘ ਬਹਾਦਰ ਵਿਰੁੱਧ ਤਕੜੀ ਭਾਰੀ ਸੈਨਿਕ ਮੁਹਿੰਮ ਲਾਮਬੰਦ ਕਰਨ ਲਈ ਪ੍ਰੇਰਿਤ ਕਰ ਲਿਆ। ਸਿੱਟੇ ਵਜੋਂ 1716 ਈਸਵੀ ਵਿੱਚ ਬੰਦਾ ਸਿੰਘ ਦੀਆਂ ਫੌਜਾਂ ਨੂੰ ਗੁਰਦਾਸ ਨੰਗਲ ਵਿਖੇ ਮੁਗਲ ਫੌਜਾਂ ਹੱਥੋਂ ਨਿਰਣਾਇਕ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਬੰਦਾ ਸਿੰਘ ਬਹਾਦਰ ਨੂੰ ਉਸਦੇ 780 ਸਾਥੀ ਸਿੰਘਾਂ ਸਮੇਤ ਬੰਦੀ ਬਣਾ ਕੇ ਦਿੱਲੀ ਲਿਜਾਇਆ ਗਿਆ ਅਤੇ ਉੱਥੇ ਅੰਤਾਂ ਦੇ ਤਸੀਹੇ ਦੇਣ ਤੋਂ ਬਾਅਦ ਸਾਰੇ ਸਿੰਘਾਂ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਵੇਂ ਕਿ ਮੁਗਲ ਹਕੂਮਤ ਨੇ ਅਖੀਰ ਵਿੱਚ ਜਾ ਕੇ ਬੰਦਾ ਸਿੰਘ ਬਹਾਦਰ ਦੀ ਮੁਹਿੰਮ ਨੂੰ ਵਹਿਸ਼ੀਆਨਾ ਤਰੀਕੇ ਨਾਲ ਕੁਚਲ ਦਿੱਤਾ, ਪਰ ਇਸ ਦੇ ਬਾਵਜੂਦ ਉਸ ਦੀਆਂ ਮਹਾਨ ਪ੍ਰਾਪਤੀਆਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਬੰਦਾ ਸਿੰਘ ਦੀ ਅਗਵਾਈ ਹੇਠ ਖਾਲਸੇ ਨੇ ਇਤਿਹਾਸ ਅੰਦਰ ਪਹਿਲੀ ਸਥੂਲ ਜਿੱਤ ਹਾਸਲ ਕੀਤੀ। ਇਹ ਜਿੱਤ ਇਸ ਨੂੰ ਹਾਸਲ ਕਰਨ ਤੇ ਬਚਾ ਕੇ ਰੱਖਣ ਲਈ ਕੀਤੀਆਂ ਗਈਆਂ ਸਖਤ ਜਾਨ ਕੋਸ਼ਿਸ਼ਾਂ ਅਤੇ ਅਖੀਰ ਦੇ ਵਿੱਚ ਹੋਈਆਂ ਸ਼ਹਾਦਤਾਂ ਭਵਿੱਖ ਲਈ ਉਤਸ਼ਾਹਪੂਰਨ ਯਾਦਾਂ ਹੋ ਨਿਬੜੀਆਂ, ਜਿਨ੍ਹਾਂ ਨੇ ਅਤੀ ਮੁਸ਼ਕਲ ਹਾਲਤਾਂ ਦੌਰਾਨ ਖਾਲਸਾ ਪੰਥ ਨੂੰ ਆਤਮਿਕ ਧਰਵਾਸ ਦੇਈ ਰੱਖਿਆ। ਹੋਰ ਅਹਿਮ ਗੱਲ ਇਹ ਕਿ ਭਾਵੇਂ ਖਾਲਸੇ ਦੀ ਸੱਤਾ ਥੋੜ੍ਹੇ ਚਿਰ ਲਈ ਹੀ ਕਾਇਮ ਰਹਿ ਸਕੀ, ਪਰ ਇਸ ਨਾਲ ਖਾਲਸੇ ਦੇ ਕੌਮਵਾਦ ਅੰਦਰ ਕਈ ਨਵੇਂ ਅੰਸ਼ ਜਿਸ ਤਰ੍ਹਾਂ ਕਿ ਰਾਜ ਦਾ ਸੰਕਲਪ, ਸਿੱਕਾ ਅਤੇ ਆਪਣੀ ਮੋਹਰ ਆਦਿ ਸ਼ਾਮਲ ਹੋ ਗਏ। ਇਸ ਨਾਲ ਖਾਲਸੇ ਦੀਆਂ ਰਾਜਸੀ ਉਮੰਗਾਂ ਨੇ ਜ਼ੋਰਦਾਰ ਅੰਗੜਾਈ ਲੈ ਲਈ। ਇਸ ਨਾਲ ਉਹਨਾਂ ਨੂੰ ਆਪਣਾ ਮਨੋਰਥ ਹੋਰ ਵੀ ਵੱਧ ਸਪਸ਼ਟ ਹੋ ਗਿਆ ਅਤੇ ਹਕੂਮਤ ਵਿਰੁੱਧ ਉਹਨਾਂ ਦੀ ਜੱਦੋ-ਜਹਿਦ ਅੰਦਰ ਨਵਾਂ ਤੱਤ ਸ਼ਾਮਲ ਹੋ ਗਿਆ। ਇਸ ਤਰ੍ਹਾਂ ਦੇ ਹੀ ਭਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਡਾਕਟਰ ਗੰਡਾ ਸਿੰਘ ਲਿਖਦੇ ਹਨ,
ਭਾਵੇਂ ਬੰਦਾ ਸਿੰਘ ਦੀ ਦਿੱਲੀ ਵਿੱਚ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਅੱਤ ਦੀ ਸਖਤੀ ਸ਼ੁਰੂ ਹੋ ਗਈ ਅਤੇ ਬਾਦਸ਼ਾਹ ਫਰਖਸ਼ੀਰ ਨੇ ਬਹਾਦਰ ਸ਼ਾਹ ਵਾਲਾ ਹੁਕਮ ਮੁੜ ਜਾਰੀ ਕਰ ਦਿੱਤਾ ਕਿ ਜਿੱਥੇ ਕੋਈ ਸਿੱਖ ਮਿਲੇ ਮਾਰ ਦਿੱਤਾ ਜਾਏ, ਪਰ ਜੋ ਮਿਸ਼ਨ ਗੁਰੂ ਗੋਬਿੰਦ ਸਿੰਘ ਰਾਹੀਂ ਸਿਰੇ ਚਾੜਨਾ ਮਿਥਿਆ ਸੀ ਉਸ ਨੂੰ ਅਸਫਲ ਹੋਇਆ ਨਹੀਂ ਕਿਹਾ ਜਾ ਸਕਦਾ। ਹਿਸਟਰੀ ਆਫ ਸਿੱਖਸ ਵਿੱਚ ਪੇਨ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਨਾਕਾਮਯਾਬ ਨਹੀਂ ਸੀ ਹੋਇਆ। ਭਾਵੇਂ ਸਿੱਖਾਂ ਦਾ ਸੰਗਠਨ ਨਹੀਂ ਸੀ ਰਿਹਾ ਤੇ ਉਹ ਖਿੰਡ ਪੁੰਡ ਗਏ ਸਨ, ਉਹਨਾਂ ਦਾ ਕੋਈ ਆਗੂ ਨਹੀਂ ਸੀ ਰਿਹਾ, ਇੱਕ ਗੱਜ ਥਾਂ ਵੀ ਆਪਣੀ ਉਹਨਾਂ ਪਾਸ ਕਹਿਣ ਜੋਗੀ ਨਹੀਂ ਸੀ ਰਹੀ, ਪਰ ਕੌਮੀਅਤ ਦੇ ਜਿਤਨੇ ਜ਼ਿਆਦਾ ਲਾਗੇ ਉਹ ਹੁਣ ਸਨ, ਇਸ ਤੋਂ ਪਹਿਲਾਂ ਕਦੀ ਵੀ ਨਹੀਂ ਸਨ। ਵਿਪਤਾ ਅਤੇ ਦੁੱਖ ਨੇ ਉਹਨਾਂ ਨੂੰ ਆਪਣੇ ਧਰਮ ਨਾਲ ਜੋੜਨ ਅਤੇ ਏਕਤਾ ਵੱਲ ਲਿਆਉਣ ਲਈ ਤਾਕਤ ਬਖਸ਼ਣ ਦਾ ਕੰਮ ਕੀਤਾ। ਹੁਣ ਉਹ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਸਮਝਣ ਲੱਗ ਪਏ। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ ਸੀ, ਉਹਨਾਂ ਨੂੰ ਆਪਣੇ ਆਉਣ ਵਾਲੇ ਉਜਲੇ ਭਵਿੱਖ ਉੱਤੇ ਪੂਰਾ ਯਕੀਨ ਸੀ ਅਤੇ ਇੱਕ ਦ੍ਰਿੜ ਨਿਸ਼ਚਾ ਜਿਸ ਤੋਂ ਉਹ ਕਦੀ ਨਹੀਂ ਥੜਕੇ। ਉਹ ਸੀ ਖਾਲਸੇ ਦੀ ਫਤਿਹ ਲਈ ਅਮੁੱਕ ਜੱਦੋ-ਜਹਿਦ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬੰਦਾ ਸਿੰਘ ਪਹਿਲਾ ਆਦਮੀ ਸੀ ਜਿਸ ਨੇ ਸਿੰਘਾਂ ਨੂੰ ਨਿਰੋਲ ਅਤੇ ਅਡੋਲ ਕੌਮੀਅਤ ਦਾ ਅਮਲੀ ਸਬਕ ਪੜ੍ਹਾਇਆ। ਇਹ ਬੰਦਾ ਸਿੰਘ ਹੀ ਸੀ ਜਿਸ ਦੀ ਰਾਹੀਂ ਖਾਲਸੇ ਦੀਆਂ ਜਿੱਤਾਂ ਦਾ ਰਸਤਾ ਖੁੱਲ੍ਹਾ। ਉਹ ਪਹਿਲਾ ਆਦਮੀ ਸੀ ਜਿਸ ਨੇ ਪੰਜਾਬ ਵਿੱਚ ਮੁਗਲਾਂ ਦੇ ਅਤਿਆਚਾਰੀ ਰਾਜ ਨੂੰ ਕਰਾਰੀ ਸੱਟ ਮਾਰੀ ਅਤੇ ਸਿੱਖਾਂ ਦੀ ਜਿੱਤ ਲਈ ਪਹਿਲਾ ਸਿਆੜ ਕੱਢਿਆ। ਭਾਵੇਂ ਉਸ ਦੀ ਮੌਤ ਦੇ 40 ਵਰ੍ਹੇ ਬਾਅਦ ਖਾਲਸੇ ਦਾ ਲਾਹੌਰ ਉੱਤੇ ਕਬਜ਼ਾ ਹੋਇਆ ਅਤੇ ਸਿੱਖ ਰਾਜ ਦਾ ਐਲਾਨ ਕੀਤਾ ਗਿਆ, ਪਰ ਇਹ ਬੰਦਾ ਹੀ ਸੀ ਜਿਸ ਨੇ ਸੰਨ 1710 ਈਸਵੀ ਵਿੱਚ ਪੰਜਾਬ ਵਿੱਚ ਖਾਲਸੇ ਦੇ ਤਹਿਤ ਕੌਮੀ ਰਾਜ ਦੀ ਨੀਂਹ ਧਰੀ ਸੀ। ਇੰਦੂ ਬਾਂਗਾ ਦੇ ਸ਼ਬਦਾਂ ਵਿੱਚ ਆਪਣੀ ਜਿੱਤ ਅਤੇ ਹਾਰ ਦੋਨਾਂ ਦੇ ਜ਼ਰੀਏ ਹੀ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਸਾਹਮਣੇ ਇੱਕ ਟੀਚਾ ਅਤੇ ਅਮਲ ਦਾ ਖਾਕਾ ਮਿੱਥ ਦਿੱਤਾ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅੱਧੀ ਸਦੀ ਤੱਕ ਖਾਲਸਾ ਪੰਥ ਨੂੰ ਬਹੁਤ ਹੀ ਬੇਵਫਾ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਮੁਗਲਾਂ ਤੇ ਫਿਰ ਅਫਗਾਨੀਆਂ ਨੇ ਸਿੱਖ ਧਰਮ ਦਾ ਬੀਜ ਨਾਸ਼ ਕਰਨ ਲਈ ਸਿੱਖ ਪੰਥ ਉੱਤੇ ਲਗਾਤਾਰ ਜ਼ੁਲਮਾਂ ਦੇ ਵਹਿਸ਼ੀ ਝੱਖੜ ਝੁਲਾਈ ਰੱਖੇ। ਇਹ ਗੱਲ ਅਸੀਂ ਪਿੱਛੇ ਬਖੂਬੀ ਸਪਸ਼ਟ ਕਰ ਆਏ ਹਾਂ ਕਿ ਇਸ ਸਾਰੇ ਅਮਲ ਦੌਰਾਨ ਪੰਜਾਬ ਦੇ ਉੱਚ ਜਾਤੀ ਹਿੰਦੂ ਵਰਗਾਂ, ਰਾਜਪੂਤਾਂ, ਖੱਤਰੀਆਂ ਤੇ ਬ੍ਰਾਹਮਣਾਂ ਦੇ ਵੱਡੇ ਹਿੱਸਿਆਂ ਨੇ ਸਿੱਖ ਪੰਥ ਦੇ ਦੁਸ਼ਮਣਾਂ ਦਾ ਸਰਗਰਮੀ ਨਾਲ ਸਾਥ ਦਿੱਤਾ। ਸਿੱਖ ਨੰਗੇ ਧੜ ਪੂਰੇ ਧਾਰਮਿਕ ਜੋਸ਼ੋ ਖਰੋਸ਼ ਅਤੇ ਨਿਸ਼ਠਾ ਨਾਲ ਜ਼ੁਲਮਾਂ ਦਾ ਸਾਹਮਣਾ ਕਰਦੇ ਰਹੇ। ਉਹਨਾਂ ਦਾ ਆਪਣੇ ਧਾਰਮਿਕ ਆਦਰਸ਼ਾਂ ਵਿੱਚ ਅਡੋਲ ਵਿਸ਼ਵਾਸ ਬਣਿਆ ਰਿਹਾ। ਬੰਦਾ ਸਿੰਘ ਬਹਾਦਰ ਦੁਆਰਾ ਹਾਸਲ ਕੀਤੀਆਂ ਸੈਨਿਕ ਜਿੱਤਾਂ ਖਾਲਸੇ ਅੰਦਰ ਨਿਰੰਤਰ ਲੜਨ ਦਾ ਉਤਸ਼ਾਹ ਤੇ ਹੌਸਲਾ ਭਰਦੀਆਂ ਰਹੀਆਂ। ਭਾਵੇਂ ਥੋੜ੍ਹੇ ਚਿਰ ਲਈ ਹੀ ਖਾਲਸੇ ਦੁਆਰਾ ਕਾਇਮ ਕੀਤੀ ਗਈ ਸੱਤਾ ਉਸ ਅੰਦਰ ਲਗਾਤਾਰ ਕੌਮੀ ਉਤੇਜਨਾ ਭਰਦੀ ਰਹੀ। ਲਗਾਤਾਰ ਜ਼ੁਲਮਾਂ ਦਾ ਸਾਹਮਣਾ ਕਰਦਿਆਂ ਖਾਲਸਾ ਪੰਥ ਨੂੰ ਇਹ ਡੂੰਘਾ ਅਹਿਸਾਸ ਹੋ ਗਿਆ ਕਿ ਰਾਜਸੀ ਸੱਤਾ ਹਾਸਲ ਕੀਤੇ ਬਿਨਾਂ ਉਹ ਆਪਣੀ ਤੇ ਆਪਣੇ ਧਰਮ ਦੀ ਅਸਰਦਾਰ ਤਰੀਕੇ ਨਾਲ ਰੱਖਿਆ ਨਹੀਂ ਕਰ ਸਕਦੇ। ਪ੍ਰੀਤਮ ਸਿੰਘ ਗਿੱਲ ਮਰਹੂਮ ਦੇ ਸ਼ਬਦਾਂ ਵਿੱਚ, ਖਾਲਸੇ ਅੰਦਰ ਇਹ ਕੌਮੀ ਚੇਤਨਾ ਪੈਦਾ ਹੋ ਗਈ ਕਿ ਰਾਜਸੀ ਸੱਤਾ ਬਗੈਰ ਉਹ ਆਜ਼ਾਦੀ ਦਾ ਜੀਵਨ ਬਤੀਤ ਨਹੀਂ ਕਰ ਸਕਦਾ। ਇਤਿਹਾਸ ਦੇ ਇਸ ਹੋਣੀ ਭਰਪੂਰ ਦੌਰ ਅੰਦਰ ਸਿੱਖ ਕੌਮ ਦੇ ਸਿਰ ਕੱਢ ਧਾਰਮਿਕ, ਰਾਜਨੀਤਿਕ, ਸੈਨਿਕ ਅਤੇ ਜਥੇਬੰਦਕ ਆਗੂ ਦੀ ਹੈਸੀਅਤ ਵਿੱਚ ਨਵਾਬ ਕਪੂਰ ਸਿੰਘ ਦੁਆਰਾ ਨਿਭਾਏ ਗਏ ਕੀਰਤੀਵਾਨ ਰੋਲ ਦਾ ਮੁਲਾਂਕਣ ਕਰਦਿਆਂ ਹੋਇਆਂ ਪ੍ਰੋਫੈਸਰ ਹਰਬੰਸ ਸਿੰਘ ਨੇ ਲਿਖਿਆ ਹੈ, ਇੱਕ ਮਨੋਹਰ ਜੁੱਸੇ ਦਾ ਮਾਲਕ ਨਵਾਬ ਕਪੂਰ ਸਿੰਘ 18ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਦ੍ਰਿਸ਼ ਉੱਤੇ ਛਾਇਆ ਰਿਹਾ। ਉਸਨੇ ਆਪਣੀ ਅਦੁੱਤੀ ਸੂਰਮਗਤੀ ਅਤੇ ਪੀੜਾ ਨਾਲ ਘਟਨਾਵਾਂ ਦੇ ਇੱਕ ਅਖੰਡ ਵਹਿਣ ਨੂੰ ਰੇੜੇ ਪਾ ਦਿੱਤਾ। ਉਹ ਦਲ ਖਾਲਸਾ ਦਾ ਬਾਨੀ ਸੀ। ਉਹ ਇੱਕ ਜਾਂਬਾਜ਼ ਅਤੇ ਬਹਾਦਰ ਯੋਧਾ ਸੀ ਅਤੇ ਕੁਦਰਤੀ ਆਗੂ ਵਾਲੀਆਂ ਯੋਗਤਾਵਾਂ ਰੱਖਦਾ ਸੀ। ਉਸਨੇ ਆਪਣੇ ਲੋਕਾਂ ਨੂੰ ਇੱਕ ਮਜ਼ਬੂਤ ਕੌਮ ਦੇ ਸੱਚੇ ਵਿੱਚ ਢਾਲ ਦਿੱਤਾ, ਜਿਨ੍ਹਾਂ ਵਿੱਚ ਆਪਣੇ ਆਪ ਨੂੰ ਜੀਵਤ ਰੱਖਣ ਅਤੇ ਆਪਣੀ ਹਸਤੀ ਜਤਲਾਉਣ ਦੀ ਸਾਂਝੀ ਚਾਹਤ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਸਨੇ ਉਹਨਾਂ ਦੇ ਮਨਾਂ ਵਿੱਚ ਇੱਕ ਸੁਤੰਤਰ ਰਾਜ ਦੇ ਸੁਪਨੇ ਦਾ ਬੀਜ ਬੋ ਦਿੱਤਾ ਅਤੇ ਆਪਣੇ ਜੀਵਨ ਦੌਰਾਨ ਹੀ ਇਸ ਦੇ ਵਾਸਤੇ ਮੂਲ ਸਮੱਗਰੀ ਮੁਹੱਈਆ ਕਰ ਦਿੱਤੀ। ਉਸ ਦੀ ਸੂਰਬੀਰਤਾ, ਆਪਾ ਵਾਰੂ ਸਪਿਰਿਟ ਅਤੇ ਧਾਰਮਿਕ ਲਗਨ ਦੀ ਬਦੌਲਤ ਸਿੱਖ ਪੰਥ ਅੰਦਰ ਉਸ ਨੂੰ ਭਾਰੀ ਸ਼ਰਧਾ ਅਤੇ ਸਤਿਕਾਰ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਸਿੱਖ ਪੰਥ ਅੰਦਰ ਵਿਕਸਿਤ ਹੋਈ ਇਸ ਕੌਮੀ ਚੇਤਨਾ ਦੀ ਬਦੌਲਤ ਖਾਲਸਾ ਪੰਥ ਤਕਰੀਬਨ ਪੌਣੀ ਸਦੀ ਤੱਕ ਪੰਜਾਬ ਦੀ ਧਰਤੀ ਨੂੰ ਆਪਣੇ ਲਹੂ ਨਾਲ ਤਰਬਤਰ ਕਰਦਾ ਰਿਹਾ। ਪ੍ਰੋਫੈਸਰ ਹਰੀ ਰਾਮ ਗੁਪਤਾ ਨੇ 18ਵੀਂ ਸਦੀ ਅੰਦਰ ਸਿੱਖਾਂ ਵੱਲੋਂ ਆਪਣੇ ਕੌਮੀ ਘਰ ਉੱਤੇ ਸਰਦਾਰੀ ਹਾਸਲ ਕਰਨ ਲਈ ਸ਼ਹੀਦੀਆਂ ਦੇ ਰੂਪ ਵਿੱਚ ਕੀਤੀਆਂ ਗਈਆਂ ਕੁਰਬਾਨੀਆਂ ਦਾ ਵੇਰਵਾ ਦਿੰਦੇ ਹੋਏ ਲਿਖਿਆ ਹੈ ਕਿ
ਇੱਕ ਸੰਕੋਚਵੇਂ ਜਿਹੇ ਅੰਦਾਜ਼ੇ ਮੁਤਾਬਕ ਮੁਗਲਾਂ ਦੁਆਰਾ ਗੁਰੂ ਗੋਬਿੰਦ ਸਿੰਘ ਖਿਲਾਫ ਲੜੀਆਂ ਗਈਆਂ ਜੰਗਾਂ ਵਿੱਚ ਨਵੇਂ ਸਾਜੇ ਖਾਲਸਾ ਪੰਥ 'ਚੋਂ 5000 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਸਨ। ਬੰਦਾ ਸਿੰਘ ਬਹਾਦਰ ਮੌਕੇ ਘੱਟੋਂ ਘੱਟ 25000 ਸਿੱਖਾਂ ਨੇ ਕੌਮੀ ਕਾਜ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜੂਨ 1716 ਤੋਂ ਬਾਅਦ ਅਬੁਦ ਸਮਦ ਖਾਂ 1713 ਤੋਂ 26 ਨੇ 20000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਦੇ ਪੁੱਤਰ ਯਹੀਆ ਖਾਨ 1726 ਤੋਂ 45 ਨੇ ਵੀ ਲਗਭਗ ਇੰਨੀ ਹੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ। ਉਸ ਦੇ ਭਰਾ ਸ਼ਾਹ ਨਵਾਜ਼ ਖਾਨ ਨੇ 1747 ਵਿੱਚ ਤਕਰੀਬਨ 1000 ਸਿੱਖ ਕਤਲ ਕਰ ਦਿੱਤੇ ਸਨ। ਮੀਰ ਮੰਨੂ 1748 ਤੋਂ 53 ਨੇ 30,000 ਤੋਂ ਵੱਧ ਸਿੱਖਾਂ ਦੇ ਖੂਨ ਨਾਲ ਹੱਥ ਰੰਗੇ ਸਨ। ਅਦੀਨਾ ਬੇਗ ਨੇ 1758 ਵਿੱਚ ਘੱਟੋ ਘੱਟ 5000 ਸਿੱਖ ਕਤਲ ਕਰ ਦਿੱਤੇ ਸਨ। ਅਹਿਮਦ ਸ਼ਾਹ ਅਬਦਾਲੀ ਤੇ ਉਸ ਦੇ ਅਫਗਾਨੀ ਜਰਨੈਲਾਂ 1753 ਤੋਂ 67 ਦੇ ਹੱਥੋਂ 60,000 ਦੇ ਕਰੀਬ ਸਿੱਖ ਜਬਾਹ ਹੋ ਗਏ ਸਨ। ਅਬਦਾਲੀ ਦੇ ਨਾਇਬ ਨਜੀਬ ਉਦ-ਦੌਲਾ ਨੇ ਤਕਰੀਬਨ 20,000 ਸਿੱਖਾਂ ਦਾ ਖਾਤਮਾ ਕਰ ਦਿੱਤਾ ਸੀ। ਇਸ ਤਰ੍ਹਾਂ ਸਿੱਖ ਸ਼ਹੀਦਾਂ ਦੀ ਇਹ ਕੁੱਲ ਸੰਖਿਆ 2 ਲੱਖ ਦੇ ਕਰੀਬ ਪਹੁੰਚ ਜਾਂਦੀ ਹੈ। ਜਿਸ ਵਿਦਵਾਨ ਨੇ ਇਸ ਦੌਰ ਦੇ ਸਿੱਖ ਇਤਿਹਾਸ ਨੂੰ ਨਿਰਪੱਖ ਭਾਵਨਾ ਨਾਲ ਲਿਖਣ ਦਾ ਯਤਨ ਕੀਤਾ ਹੈ, ਉਹ ਸਿੱਖਾਂ ਦੀਆਂ ਇਹਨਾਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਪਰ ਨਿਰਾਪੁਰਾ ਇਹਨਾਂ ਕੁਰਬਾਨੀਆਂ ਦੇ ਤੱਥ ਨੂੰ ਪ੍ਰਵਾਨ ਕਰ ਲੈਣ ਜਾਂ ਉਚਿਆਉਣ ਨਾਲ ਹੀ ਕਿਸੇ ਵਿਦਵਾਨ ਦੀ ਸੁਹਿਰਦਤਾ ਪ੍ਰਮਾਣਿਤ ਨਹੀਂ ਹੋ ਜਾਂਦੀ। ਕੌਮੀ ਰੀਝ ਜਿਸ ਨੇ ਖਾਲਸੇ ਨੂੰ ਕੁਰਬਾਨੀਆਂ ਲਈ ਪ੍ਰੇਰਿਤ ਤੇ ਉਤੇਜਿਤ ਕੀਤਾ ਦਾ ਜ਼ਿਕਰ ਕੀਤੇ ਬਿਨਾਂ ਇਸ ਦੌਰ ਦੇ ਸਿੱਖ ਇਤਿਹਾਸ ਦੀ ਵਾਰਤਾ ਅਧੂਰੀ ਰਹਿ ਜਾਂਦੀ ਹੈ। ਇਹੀ ਪੱਖ ਹੈ ਜਿੱਥੇ ਸਿੱਖ ਇਤਿਹਾਸ ਅੰਦਰ ਸੁਚੇਤ ਰੂਪ ਵਿੱਚ ਵਿਗਾੜ ਪੈਦਾ ਕੀਤਾ ਗਿਆ ਹੈ। ਇਤਿਹਾਸਕਾਰਾਂ ਦੀ ਬਹੁਗਿਣਤੀ ਨੇ ਸਿੱਖਾਂ ਦੀ ਆਪਣੇ ਹੀ ਕੌਮੀ ਘਰ ਅੰਦਰ ਸਰਦਾਰੀ ਹਾਸਲ ਕਰਨ ਦੀ ਕੌਮੀ ਰੀਝ ਨੂੰ ਜਾਂ ਤਾਂ ਉੱਕਾ ਹੀ ਗੁੰਮਨਾਮੀ ਵਿੱਚ ਧੱਕ ਦਿੱਤਾ ਹੈ ਅਤੇ ਜਾਂ ਇਸ ਵਿੱਚ ਇੰਨਾ ਖੋਟ ਰਲਾ ਦਿੱਤਾ ਹੈ ਕਿ ਇਸ ਨੂੰ ਪਛਾਣਨਾ ਬੇਹੱਦ ਮੁਸ਼ਕਲ ਹੋ ਗਿਆ ਹੈ। ਹਰੀ ਰਾਮ ਗੁਪਤਾ ਦੀ ਮਿਸਾਲ ਹੀ ਲੈ ਲਵੋ। ਉਹ ਸ਼ਹੀਦੀਆਂ ਦਾ ਉਪਰੋਕਤ ਵੇਰਵਾ ਦੇਣ ਤੋਂ ਪਹਿਲਾਂ ਸਿੱਖਾਂ ਦੀ ਆਪਣੇ ਘਰ ਅੰਦਰ ਸਰਦਾਰੀ ਹਾਸਲ ਕਰਨ ਦੀ ਕੌਮੀ ਰੀਝ ਦਾ ਜ਼ਿਕਰ ਚਲੰਤ ਜਿਹੇ ਅੰਦਾਜ਼ ਵਿੱਚ ਕਰਦਾ ਹੈ ਅਤੇ ਅਖੀਰ ਵਿੱਚ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੋਇਆ ਲਿਖਦਾ ਹੈ, ਆਓ ਬੁਲੰਦ ਹੌਸਲਿਆਂ ਵਾਲੇ ਉਹਨਾਂ ਸੂਰਮਿਆਂ ਨੂੰ ਪੂਰਨ ਸ਼ਰਧਾ ਨਾਲ ਪ੍ਰਣਾਮ ਕਰੀਏ ਜੋ ਗੁਮਨਾਮ ਮਾਰੇ ਗਏ, ਪਰੰਤੂ ਉਹਨਾਂ ਨੇ ਭ੍ਰਿਸ਼ਟਾਚਾਰ, ਜ਼ੁਲਮ ਅਤੇ ਮਜ਼ਹਬੀ ਜਨੂਨ ਦੇ ਖਿਲਾਫ ਜੂਝਣ ਲਈ ਕੁਰਬਾਨੀ ਦੀਆਂ ਬੇਹੱਦ ਸ਼ਾਨਦਾਰ ਮਿਸਾਲਾਂ ਕਾਇਮ ਕਰ ਦਿੱਤੀਆਂ। ਇੱਥੇ ਵਿਦਵਾਨ ਇਤਿਹਾਸਕਾਰ ਨੇ ਇਹ ਤਾਂ ਦੱਸ ਦਿੱਤਾ ਕਿ ਸਿੱਖ ਕਾਹਦੇ ਖਿਲਾਫ ਲੜੇ, ਭਾਵੇਂ ਕਿ ਇੱਥੇ ਵੀ ਭ੍ਰਿਸ਼ਟਾਚਾਰ ਦਾ ਮੁੱਦਾ ਖਾਮ-ਖਾ ਵਿੱਚ ਘਸੋੜਿਆ ਗਿਆ ਹੈ, ਕਿਉਂਕਿ ਉਸ ਵੇਲੇ ਲੜਾਈ ਦਾ ਇਹ ਕੋਈ ਮੁੱਦਾ ਹੀ ਨਹੀਂ ਸੀ। ਪਰੰਤੂ ਇਹ ਨਹੀਂ ਦੱਸਿਆ ਕਿ ਸਿੱਖ ਕਾਹਦੇ ਵਾਸਤੇ ਲੜੇ। ਮਗਰਲੀ ਗੱਲ ਦੱਸੇ ਬਿਨਾਂ ਸਿੱਖ ਸੰਘਰਸ਼ ਅਤੇ ਸਿੱਖ ਇਤਿਹਾਸ ਨੂੰ ਇਸ ਦੀ ਅਸਲੀ ਭਾਵਨਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਤਿਹਾਸ ਅੰਦਰ ਸਿੱਖਾਂ ਨੂੰ ਜਿੰਨੇ ਜ਼ਿਆਦਾ ਅਤੇ ਜਿਸ ਕਿਸਮ ਦੇ ਜ਼ੁਲਮੀ ਵਰਤਾਰਿਆਂ ਘੱਲੂਘਾਰਿਆਂ ਵਿੱਚੋਂ ਦੀ ਲੰਘਣਾ ਪਿਆ, ਉਸ ਨਾਲ ਉਹਨਾਂ ਅੰਦਰ ਕੌਮੀਅਤ ਦਾ ਅਹਿਸਾਸ ਮਜ਼ਬੂਤ ਹੋ ਗਿਆ ਅਤੇ ਇਹ ਅਹਿਸਾਸ ਉਹਨਾਂ ਅੰਦਰ ਜ਼ੁਲਮਾਂ ਦਾ ਸਿਦਕ ਦਿਲੀ ਨਾਲ ਸਾਹਮਣਾ ਕਰਨ ਦਾ ਅਦੁੱਤੀ ਬਲ ਪੈਦਾ ਕਰਦਾ ਰਿਹਾ। ਸਾਂਝੇ ਅਨੁਭਵ, ਸਾਂਝੇ ਵਿਸ਼ਵਾਸ ਅਤੇ ਸਾਂਝੇ ਅਹਿਸਾਸ ਭਾਈਚਾਰੇ ਅੰਦਰ ਏਕਤਾ ਦੇ ਭਾਵ ਮਜ਼ਬੂਤ ਕਰ ਦਿੰਦੇ ਹਨ। ਇਸ ਨਾਲ ਉਸ ਅੰਦਰ ਹੋਰਨਾਂ ਨਾਲੋਂ ਵੱਖਰੇਪਣ ਦਾ ਅਹਿਸਾਸ ਜ਼ੋਰ ਫੜ ਜਾਂਦਾ ਹੈ। ਜਿਹੜਾ ਵਰਗ ਹੱਕ ਸੱਚ ਦੀ ਖਾਤਰ ਜਾਨਾਂ ਨਿਛਾਵਰ ਕਰਨ ਦੇ ਕਰਮ ਨੂੰ ਪ੍ਰੇਮ ਦੀ ਖੇਡ ਖੇਡਣ ਨਾਲ ਤਸ਼ਬੀਹ ਦਿੰਦਾ ਹੈ, ਜ਼ੁਲਮਾਂ ਤੇ ਤਸੀਹਿਆਂ ਨੂੰ ਤੇਰਾ ਭਾਣਾ ਮਿੱਠਾ ਲਾਗੇ ਕਹਿ ਕੇ ਖਿੜੇ ਮੱਥੇ ਪ੍ਰਵਾਨ ਕਰਦਾ ਹੈ, ਕਾਲ ਕੋਠੜੀਆਂ ਦੇ ਅੰਦਰ ਸਰੂਰੀ ਸੱਦਾਂ ਲਾਉਂਦਾ ਹੈ ਅਤੇ ਫਾਂਸੀ ਦੇ ਤਖਤਿਆਂ ਤੋਂ ਵੀ ਜੇਤੂ ਜੈਕਾਰੇ ਗੁਜਾਉਂਦਾ ਹੈ, ਉਸ ਵਿੱਚ ਆਪਣੀ ਨਿਆਰੀ ਹਸਤੀ ਤੇ ਨਿਰਾਲੀ ਠੁੱਕ ਦਾ ਅਹਿਸਾਸ ਪੈਦਾ ਹੋ ਜਾਣਾ ਸੁਭਾਵਿਕ ਹੈ। ਸਿੱਖ ਕੌਮ ਅੰਦਰ ਇਹ ਅਹਿਸਾਸ ਬਹੁਤ ਪੱਕਾ ਤੇ ਡੂੰਘਾ ਹੈ। ਇਸ ਜਜ਼ਬੇ ਨੂੰ ਨਿਰੰਤਰ ਜੀਵਤ ਰੱਖਣ ਤੇ ਤਿੱਖਿਆ ਕਰਨ ਵਿੱਚ ਸਿੱਖਾਂ ਦੀ ਅਰਦਾਸ ਨੇ ਵੀ ਇਤਿਹਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿੱਖਾਂ ਵੱਲੋਂ ਅਰਦਾਸ ਅੰਦਰ ਆਪਣੇ ਕੌਮੀ ਵਿਰਸੇ ਨੂੰ ਹਰ ਰੋਜ਼ ਵਾਰ-ਵਾਰ ਸ਼ਿੱਦਤ ਭਰੇ ਜਜ਼ਬੇ ਨਾਲ ਚਿਤਾਰਿਆ ਜਾਂਦਾ ਹੈ। ਇਸ ਨਾਲ ਉਹਨਾਂ ਅੰਦਰ ਇੱਕ ਸਮੂਹਕ ਸੰਗਠਨ, ਪੰਥ ਅਥਵਾ ਖਾਲਸੇ ਦਾ ਅੰਗ ਹੋਣ ਦਾ ਅਹਿਸਾਸ ਲਗਾਤਾਰ ਤਰੋ-ਤਾਜ਼ਾ ਹੁੰਦਾ ਰਹਿੰਦਾ ਹੈ। ਦੂਸਰੇ ਕਾਂਡ ਵਿੱਚ ਅਸੀਂ ਸਿੱਖ ਮਿਸਲਾਂ ਦੇ ਦੌਰ ਅੰਦਰ ਕੌਮੀਅਤ ਦੇ ਇਸ ਅਹਿਸਾਸ ਨੂੰ ਢਾਹ ਲੱਗ ਜਾਣ ਦੇ ਤੱਥ ਅਤੇ ਵਰਤਾਰੇ ਦਾ ਬਿਆਨ ਅਤੇ ਵਿਸ਼ਲੇਸ਼ਣ ਕਰ ਚੁੱਕੇ ਹਾਂ।
ਇਸੇ ਸਬੰਧ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਸਿੱਖ ਰਾਜ ਦੀਆਂ ਬਰਕਤਾਂ ਤੇ ਖਾਮੀਆਂ ਦਾ ਵੀ ਲੇਖਾ ਜੋਖਾ ਕਰ ਆਏ ਹਾਂ। ਸਿੱਖ ਰਾਜ ਦੇ ਖਾਤਮੇ ਨਾਲ ਸਿੱਖ ਕੌਮ ਸਾਹਮਣੇ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਅਤੇ ਇਹਨਾਂ ਦੇ ਸਨਮੁਖ ਸੋਚ ਅਤੇ ਅਮਲ ਦੇ ਖੇਤਰ ਵਿੱਚ ਸਿੱਖ ਕੌਮ ਅੰਦਰ ਵਿਕਸਿਤ ਹੋਏ ਕੌਮ ਘਾਤੀ ਰੁਝਾਨਾਂ ਦੀ ਗੱਲ ਵੀ ਤੀਜੇ ਕਾਂਡ ਵਿੱਚ ਕੀਤੀ ਜਾ ਚੁੱਕੀ ਹੈ। ਚੌਥੇ ਕਾਂਡ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਅਮਲ ਦੌਰਾਨ ਭਾਰਤੀ ਰਾਸ਼ਟਰਵਾਦ ਦੀ ਚੜ੍ਹਤਲ ਦੇ ਸੰਦਰਭ ਵਿੱਚ ਸਿੱਖ ਕੌਮਵਾਦ ਦੇ ਸੰਕਲਪ ਅਤੇ ਜਜ਼ਬੇ ਨੂੰ ਪੇਸ਼ ਆਏ ਹਾਦਸੇ ਦਾ ਵੀ ਵੇਰਵਾ ਦੇ ਆਏ ਹਾਂ। ਅਖੀਰ ਵਿੱਚ ਅਸੀਂ 1947 ਵਿੱਚ ਭਾਰਤ ਦੇ ਆਜ਼ਾਦ ਹੋ ਜਾਣ ਉਪਰੰਤ ਸਿੱਖ ਕੌਮਵਾਦ ਦੇ ਸਾਹਮਣੇ ਪੈਦਾ ਹੋਈਆਂ ਮੁਸ਼ਕਲਾਂ ਤੇ ਚੁਣੌਤੀਆਂ ਅਤੇ ਸਿੱਖ ਕੌਮ ਉੱਤੇ ਇਹਨਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਜਾਇਜ਼ਾ ਲੈਂਦੇ ਹਾਂ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 217 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।